और ਜਦੋਂ ਕਿਸ਼ਨ ਸਿੰਘ ਗੜਗਾਜੀ ਜੀ ਵੀ ਇਸ ਲਹਿਰ ਨਾਲ ਸੰਬੰਧ ਰੱਖਦੇ ਸਨ, ਉਹਨਾਂ ਨੂੰ ਫਾਂਸੀ ਲੱਗਣ ਲੱਗੀ। ਉਹਨਾਂ ਨੇ ਫਾਂਸੀ ਲੱਗਣ ਤੋਂ ਪਹਿਲਾਂ ਦੋ ਗੱਲਾਂ ਕਹੀਆਂ ਕਿ ਇਸ ਲਹਿਰ ਨਾਲ ਸੰਬੰਧਿਤ ਇਤਿਹਾਸ ਲਿਖਿਓ ਤੇ ਇੱਕ ਯਾਦ ਕਰਨਾ ਹੈ। ਇਹ ਦੌਲਤਪੁਰ ਦੇ ਪਿੰਡ ਵਿੱਚ ਉਹ ਜੰਪਲ ਸਨ, ਉਹਨਾਂ ਨੇ ਜਦੋਂ ਕੈਨੇਡਾ ਤੋਂ ਆ ਕੇ ਲਹਿਰ ਸ਼ੁਰੂ ਕੀਤੀ, ਅਡਾਰੂ ਪ੍ਰੈਸ ਬਣਾਈ ਆਪਣੀ ਜ਼ਮੀਨ ਦੇ ਵਿੱਚ ਭੋਰਾ ਪੱਟ ਕੇ। ਉਸ ਜ਼ਮੀਨ ਦੇ ਰਾਹੀਂ ਇੱਕ ਬਬਰ ਅਕਾਲੀ ਪਰਚਾ ਕੱਢਿਆ, ਜਿਹੜਾ ਪਰਚਾ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਉਹਨਾਂ ਨੇ ਆਪਣੀ ਜੋ ਲਹਿਰ ਸੀ ਉਹਦੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ। ਤਾਂ ਪੰਜਾਬ 'ਚੋਂ ਲਹਿਰ ਉੱਠੀ, ਹਰਿਆਣੇ 'ਚ ਉੱਠੀ। ਅੱਜ ਪੂਰਾ ਭਾਰਤ ਦਾ ਕਿਸਾਨ ਇਸ ਗੱਲ ਨੂੰ ਸਮਝ ਚੁੱਕਿਆ ਹੈ। ਔਰ ਅੱਜ ਬੇਸ਼ੱਕ ਉਹ ਕੈਨੇਡਾ ਦਾ, ਕੱਲ੍ਹ ਹੀ ਟਰੂਡੋ ਪ੍ਰਧਾਨ ਮੰਤਰੀ ਕੈਨੇਡਾ ਨੇ ਇਸ ਨੂੰ ਆਪਣੇ ਸ਼ਬਦਾਂ ਰਾਹੀਂ ਨਸੀਹਤ ਦਿੱਤੀ। ਮੰਨਿਆ ਜਾ ਸਕਦਾ ਕਿ ਗੌਰਮੈਂਟਾਂ ਜਿੱਦਾਂ ਸਾਡੇ ਭਗਤ ਸਿੰਘ ਹੋਣਾ ਨੇ ਉਸ ਟਾਈਮ ਗੁੰਗੀ ਬੋਲੀ ਸਰਕਾਰ ਨੂੰ ਜਗਾਉਣ ਵਾਸਤੇ ਅਸੈਂਬਲੀ 'ਚ ਬੰਬ ਸੁੱਟਿਆ ਸੀ, ਇਹ ਅੱਜ ਸ਼ਾਇਦ ਉਹ ਸਮਾਂ ਉਹ ਬੰਬ ਵਾਲਾ ਨਹੀਂ ਹੈ, ਪਰ ਸਾਡੀਆਂ ਜਿਹੜੀਆਂ ਸ਼ਹੀਦੀਆਂ ਹੋ ਰਹੀਆਂ ਇਹ ਸ਼ਹੀਦੀਆਂ ਉਹਨਾਂ ਬੰਬਾਂ ਬਰਾਬਰ ਹੀ ਆ, ਤਾਂ ਕਿ ਗੌਰਮੈਂਟ ਉਹਨਾਂ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਨਾਲ ਬਣੇ ਹੋਏ ਹੋ, ਮੈਂ ਮਨਦੀਪ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਕਿਸਾਨ ਸੰਘਰਸ਼ ਦੇ ਵਿੱਚ ਮੌਜੂਦ ਹਾਂ। ਅਸੀਂ ਸਿੰਘੂ ਬਾਰਡਰ ਉੱਤੇ ਸਿੰਘੂ ਬਾਰਡਰ ਉੱਤੇ ਇੱਕ ਲੰਗਰ ਦੇ ਵਿੱਚ ਬੈਠੇ ਹਾਂ। ਦੱਸ ਦਈਏ ਕਿ 57 ਆਜ਼ਾਦੀ ਘੁਲਾਟੀਆਂ ਦੇ ਪਿੰਡ ਦੌਲਤਪੁਰ ਦੇ ਲੰਗਰ ਦੇ ਵਿੱਚ ਅਸੀਂ ਬੈਠੇ ਹਾਂ। ਲੰਗਰ ਤੁਸੀਂ ਦੇਖ ਲਿਆ ਏ, ਬਾਹਰ ਤਸਵੀਰਾਂ ਲੱਗੀਆਂ ਹੋਈਆਂ ਦੇਖ ਲਈਆਂ ਨੇ, ਅਤੇ ਬੱਬਰ ਅਕਾਲੀ ਲਹਿਰ ਦੇ ਮੋਢੀ ਬਾਬਾ ਕਰਮ ਸਿੰਘ ਜੀ ਦਾ ਜਿਹੜਾ ਇਹ ਪਿੰਡ ਹੈ ਉਹਦੇ ਵਿੱਚ ਅਸੀਂ ਬੈਠੇ ਹਾਂ। ਸਾਡੇ ਨਾਲ ਪਿੰਡ ਵਾਸੀ ਨੇ, ਉਹ ਬੈਠੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਪਿੰਡ ਬਾਬਤ ਵੀ ਗੱਲਾਂ ਬਾਤਾਂ ਕਰਾਂਗੇ, ਸੰਘਰਸ਼ ਬਾਬਤ ਵੀ ਕਰਾਂਗੇ ਕਿ ਕਿਵੇਂ ਸੋਚਦੇ ਨੇ ਸੰਘਰਸ਼ ਬਾਰੇ। ਪਹਿਲਾਂ ਉਹਨਾਂ ਤੋਂ ਉਹਨਾਂ ਦੇ ਪਿੰਡ ਦੀ ਜਿਹੜੀ ਸਮੁੱਚੀ ਜਾਣਕਾਰੀ ਹੈ, ਆਜ਼ਾਦੀ ਘੁਲਾਟੀਆਂ ਬਾਰੇ, ਬੱਬਰ ਅਕਾਲੀ ਲਹਿਰ ਬਾਰੇ, ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜੀ ਆਪਣੇ ਪਿੰਡ ਬਾਰੇ, ਨਗਰ ਬਾਰੇ ਜਿਹੜੀ ਜਾਣਕਾਰੀ ਹੈ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ। ਦਾਸ ਜਸਪਾਲ ਸਿੰਘ ਜਾਡਲੀ ਤੇ ਜੋ ਦੌਲਤਪੁਰ ਪਿੰਡ ਹੈ ਉਹ ਪੰਜਾਬ ਦਾ ਇੱਕ ਇਹੋ ਜਿਹਾ ਇਤਿਹਾਸਕ ਪਿੰਡ ਹੈ ਜਿਸ ਪਿੰਡ ਦੇ ਵਿੱਚ ਜੋ ਬੱਬਰ ਅਕਾਲੀ ਲਹਿਰ, ਜਿਸ ਲਹਿਰ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਸੈਂਕੜੇ ਕੁਰਬਾਨੀਆਂ ਕਰਕੇ ਆਜ਼ਾਦ ਕਰਵਾਇਆ, ਉਸ ਲਹਿਰ ਦੇ ਫਾਊਂਡਰ ਜੋ ਸਨ ਬੱਬਰ ਕਰਮ ਸਿੰਘ ਜੀ, ਐਡੀਟਰ ਦੌਲਤਪੁਰੀ। ਔਰ ਜਿੱਥੇ ਉਹਨਾਂ ਨੇ ਫੌਜ ਦੇ ਵਿੱਚ ਜੌਬ ਕਰਦਿਆਂ ਹੋਇਆਂ ਬਹੁਤ ਬੜੇ ਸੰਘਰਸ਼ ਲੜੇ। 1909-10 ਦੇ ਵਿੱਚ ਕੈਨੇਡਾ ਚਲੇ ਗਏ। ਕੈਨੇਡਾ ਜਾ ਕੇ ਇੱਕ ਜਗ੍ਹਾ ਖਰੀਦ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ, ਅਤੇ ਉਸ ਤੋਂ ਬਾਅਦ ਜਦੋਂ ਦੇਸ਼ ਗੁਲਾਮ ਸੀ ਅੰਗਰੇਜ਼ਾਂ ਦੇ ਕੋਲੋਂ, ਉਹਨਾਂ ਨੇ ਮੁੜ ਕੇ ਆਪਣੇ ਸਾਥੀਆਂ ਦੇ ਨਾਲ ਆਪਣੇ ਪਿੰਡ ਡੇਰੇ ਲਾਏ। ਉਸ ਤੋਂ ਬਾਅਦ ਇੱਕ ਬੱਬਰ ਅਕਾਲੀ ਲਹਿਰ ਲਾਮਬੰਦ ਕਰਕੇ ਅੰਗਰੇਜ਼ ਨਾਲ ਬੜਾ ਸੰਘਰਸ਼ ਕੀਤਾ, ਔਰ ਐਸੇ ਚਰਮ ਸੀਮਾ 'ਤੇ ਉਹ ਬੱਬਰ ਅਕਾਲੀ ਲਹਿਰ ਪੁੱਜੀ ਜਿਸ ਲਹਿਰ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਬਹੁਤ ਬੜਾ ਰੋਲ ਅਦਾ ਕੀਤਾ। ਔਰ ਜਿੱਥੇ ਸੈਂਕੜੇ ਕੁਰਬਾਨੀਆਂ, ਸ਼ਹੀਦੀਆਂ ਇਸ ਬੱਬਰ ਅਕਾਲੀ ਲਹਿਰ ਦੇ ਯੋਧਿਆਂ ਨੇ ਦਿੱਤੀਆਂ, ਉੱਥੇ ਬੱਬਰ ਕਰਮ ਸਿੰਘ ਜੀ, ਐਡੀਟਰ ਦੌਲਤਪੁਰੀ, 1 ਸਤੰਬਰ 1923 ਨੂੰ ਬਵੇਲੀ, ਜੋ ਫਗਵਾੜੇ ਦੇ ਨਜ਼ਦੀਕ ਪਿੰਡ ਪੈਂਦਾ ਹੈ, ਉੱਥੇ ਆਪਣੇ ਸਾਥੀ ਉਦੇ ਸਿੰਘ ਰਾਮਗੜ੍ਹ ਝੁੰਗੀਆਂ, ਬਿਸ਼ਨ ਸਿੰਘ ਮਾਂਗਟ, ਮਹਿੰਦਰ ਸਿੰਘ ਪੰਡੋਰੀ, ਗੰਗਾ ਸਿੰਘ ਜੀ ਦੇ ਨਾਲ ਸ਼ਹੀਦੀ ਦਾ ਜਾਮ ਪੀ ਗਏ। ਔਰ ਜਿਵੇਂ ਉਹ ਸ਼ਹੀਦੀ ਦਾ ਜਾਮ ਇਸ ਕਰਕੇ ਪੀਤਾ ਕਿ ਜਦੋਂ ਵੀ ਕੋਈ ਲਹਿਰਾਂ ਉੱਠਦੀਆਂ ਨੇ ਉਹਦੇ ਵਿੱਚੋਂ ਕੋਈ ਮਾੜੇ ਆਨਸਰ ਵੀ ਹੁੰਦੇ ਨੇ। ਉਹ ਮਾੜਾ ਆਨਸਰ ਉਹਨਾਂ ਦੇ ਵਿੱਚ ਅਨੂਪ ਸਿੰਘ, ਉਹਨਾਂ ਦਾ ਸਾਥੀ, ਉਹ ਨਿਬੜਿਆ। ਉਸ ਨੇ ਮੁਖਬਰੀ ਕਰਕੇ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ, ਅਤੇ ਉਹ ਲਹਿਰ ਦਾ ਐਸੀ ਚਿਣਗ ਉੱਠੀ ਉਹਨਾਂ ਸ਼ਹੀਦਾਂ ਦੀ ਕੁਰਬਾਨੀਆਂ ਤੋਂ ਕਿ ਉਹ ਪਿੰਡ ਦੇ 57 ਫਰੀਡਮ ਫਾਈਟਰ, ਮੇਰਾ ਖਿਆਲ ਇੰਡੀਆ ਦੇ ਵਿੱਚ ਕੋਈ ਐਸਾ ਪਿੰਡ ਨਹੀਂ ਜਿੱਥੇ ਐਸਾ ਪਿੰਡ ਹੋਵੇਗਾ। ਔਰ ਉਹਨਾਂ ਨੇ ਵੀ ਬਹੁਤ ਬੜੀਆਂ ਕੁਰਬਾਨੀਆਂ ਕੀਤੀਆਂ। ਔਰ ਉਹਨਾਂ ਦੇ ਪਦ ਚਿੰਨ੍ਹਾਂ 'ਤੇ ਚੱਲਦਿਆਂ ਹੋਇਆਂ ਸ਼ਕਤੀ ਅਤੇ ਭਗਤੀ ਦਾ ਸੁਮੇਲ, ਕਿਉਂਕਿ ਦੌਲਤਪੁਰ ਦੇ ਪਿੰਡ ਵਿੱਚ ਉਹ ਜੰਪਲ ਸਨ, ਉਹਨਾਂ ਨੇ ਜਦੋਂ ਕੈਨੇਡਾ ਤੋਂ ਆ ਕੇ ਲਹਿਰ ਸ਼ੁਰੂ ਕੀਤੀ, ਅਡਾਰੂ ਪ੍ਰੈਸ ਬਣਾਈ ਆਪਣੀ ਜ਼ਮੀਨ ਦੇ ਵਿੱਚ ਭੋਰਾ ਪੱਟ ਕੇ। ਉਸ ਜ਼ਮੀਨ ਦੇ ਰਾਹੀਂ ਇੱਕ ਬੱਬਰ ਅਕਾਲੀ ਪਰਚਾ ਕੱਢਿਆ, ਜਿਹੜਾ ਪਰਚਾ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਉਹਨਾਂ ਨੇ ਆਪਣੀ ਜੋ ਲਹਿਰ ਸੀ ਉਹਦੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਕਿ ਜੇ ਆਪਾਂ ਜਥੇਬੰਦਕ ਹੋਵਾਂਗੇ ਤਾਂ ਹੀ ਇਸ ਅੰਗਰੇਜ਼ ਦਾ ਮੁਕਾਬਲਾ ਕਰ ਸਕਾਂਗੇ। ਔਰ ਉਸ ਵੇਲੇ ਇੱਕ ਇਤਿਹਾਸਕ ਗੱਲ ਹੈ, ਕਵਿਤਾਵਾਂ ਨੇ ਉਹਨਾਂ ਦੀਆਂ ਲਿਖੀਆਂ ਹੋਈਆਂ ਕਿ ਕਿਸਾਨੀ ਉੱਜੜ ਪੁੱਜੜ ਰਹੀ ਸੀ। ਉਹਨਾਂ ਨੇ ਕਿਸਾਨੀ ਦੇ ਹੱਕ ਵਿੱਚ ਵੱਡੀਆਂ ਕਵਿਤਾਵਾਂ ਲਿਖ ਕੇ, ਲੈਕਚਰ ਕਰਕੇ, ਆਪਣੀਆਂ ਸਿਸਟਮ ਬਣਾ ਕੇ ਉਹਨਾਂ ਦੇ ਖਿਲਾਫ ਜਹਾਦ ਖੜਾ ਕੀਤਾ। ਔਰ ਉਸ ਪਿੰਡ ਤੋਂ ਹੀ ਬਾਬਾ ਸ਼੍ਰੀ ਚੰਦ ਜੀ ਦੀ ਛੋਹ ਪ੍ਰਾਪਤ ਧਰਤੀ ਹੈ, ਉੱਥੇ ਗੁਰਦੁਆਰਾ ਸਾਹਿਬ ਉਸਰਿਆ ਹੋਇਆ ਹੈ। ਔਰ ਜਦੋਂ ਕਿਸ਼ਨ ਸਿੰਘ ਗੜਗਾਜੀ ਜੀ ਵੀ ਇਸ ਲਹਿਰ ਨਾਲ ਸੰਬੰਧ ਰੱਖਦੇ ਸਨ, ਉਹਨਾਂ ਨੂੰ ਫਾਂਸੀ ਲੱਗਣ ਲੱਗੀ।
ਉਹਨਾਂ ਨੇ ਫਾਂਸੀ ਲੱਗਣ ਤੋਂ ਪਹਿਲਾਂ ਦੋ ਗੱਲਾਂ ਕਹੀਆਂ ਕਿ ਇਸ ਲਹਿਰ ਨਾਲ ਸੰਬੰਧਿਤ ਇੱਕ ਇਤਿਹਾਸ ਲਿਖਿਓ ਤੇ ਇੱਕ ਯਾਦਗਾਰ ਬਣਾਇਓ। ਜੋ ਇਤਿਹਾਸ ਸੀ ਉਹ ਸਰਦਾਰ ਬਖਸ਼ੀਸ਼ ਸਿੰਘ ਨਿੱਜਰ ਹੁਣੀ ਲਿਖ ਕੇ ਉਹਨਾਂ ਦਾ ਸੁਪਨਾ ਸਾਕਾਰ ਕੀਤਾ, ਔਰ ਜਿਹੜਾ ਬੱਬਰ ਅਕਾਲੀ ਲਹਿਰ ਦੀ ਯਾਦ ਵਿੱਚ ਯਾਦਗਾਰ ਬਣੀ ਉਹ ਅੱਜ ਦੌਲਤਪੁਰ ਦੀ ਧਰਤੀ ਤੇ 1992 ਦੇ ਵਿੱਚ ਇੱਕ ਉਹਨਾਂ ਬੱਬਰ ਕਰਮ ਸਿੰਘ ਉਹਨਾਂ ਦੀ ਨਿੱਜੀ ਵਿਰਾਸਤ ਹੈ ਜਿਹੜੀ ਉਹਨਾਂ ਨੂੰ ਬਾਬਿਆਂ ਪੜਦਾਦਿਆਂ ਤੋਂ ਮਿਲੀ, ਉੱਥੇ ਉਹ ਟਰੱਸਟ ਬਣਾਇਆ ਗਿਆ। ਉੱਥੇ ਪਹਿਲਾਂ ਸ਼ਹੀਦ ਆਪਣਾ ਭਗਤ ਸਿੰਘ ਸ਼ਹੀਦ ਕਰਮ ਸਿੰਘ ਯਾਦਗਾਰੀ ਹਾਲ ਬਣਾਇਆ ਗਿਆ, ਔਰ 1996 ਦੇ ਵਿੱਚ ਇੱਕ ਸਕੂਲ ਸਥਾਪਿਤ ਕੀਤਾ ਗਿਆ ਉਸ ਭੋਰਾ ਸਾਹਿਬ, ਜਿੱਥੇ ਉਹ ਆਪਣਾ ਅਡਾਰੂ ਪ੍ਰੈਸ ਬਣਾ ਕੇ ਇੱਕ ਵਿਉਂਤਬੰਦੀਆਂ ਕਰਦੇ ਸਨ, ਜਿਸ ਭੋਰੇ ਤੋਂ ਇੱਕ ਸੁਰੰਗ ਖੂਹ ਨੂੰ ਵੀ ਜਾਂਦੀ ਹੈ, ਉੱਥੇ ਉਹ ਇੱਕ ਪਿੰਡ ਨੂੰ ਜਾਂਦੀ ਹੈ, ਉਹ ਗਤੀਵਿਧੀਆਂ ਕਰਦੇ ਸਨ। ਉੱਥੇ ਇੱਕ ਅੱਜ ਪੂਰਾ ਮਿਊਜ਼ੀਅਮ ਸਥਾਪਿਤ ਹੈ ਜਿਸ ਵਿੱਚ ਸਾਰੇ ਸ਼ਹੀਦਾਂ ਦੀਆਂ ਫੋਟੋ ਲੱਗੀਆਂ ਹੋਈਆਂ ਨੇ। ਗੁਰਦੁਆਰਾ ਸਾਹਿਬ ਸਥਾਪਿਤ ਹੈ, ਔਰ ਇਲਾਕੇ ਦੇ ਲਗਭਗ 50 ਪਿੰਡਾਂ ਨੂੰ ਅਕੈਡਮਿਕ ਸਿੱਖਿਆ ਦਿੱਤੀ ਜਾਂਦੀ ਹੈ। ਅਕੈਡਮਿਕ ਸਿੱਖਿਆ ਦੇ ਨਾਲ ਨਾਲ ਆਪਣੀ ਜੋ ਵਿਰਾਸਤ ਸ਼ਹੀਦਾਂ ਦੀ ਉਸ ਇਤਿਹਾਸ ਦੇ ਨਾਲ ਜੋੜਨ ਲਈ ਉਹਨਾਂ ਸ਼ਹੀਦਾਂ ਬੱਬਰਾਂ ਦੇ ਬਾਰੇ ਦੇ ਵਿੱਚ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਔਰ ਉਸ ਤੋਂ ਬਾਅਦ ਹਰੀ ਸਿੰਘ ਮੰਨਣ ਵਾਲੇ, ਹਰੀ ਸਿੰਘ ਨੇਕੀ ਵਾਲੇ ਅੱਜ ਮੰਨਣਹਾਣੇ ਦੇ ਵਿੱਚ ਮਹਾਨ ਸਥਾਨ ਬਣਿਆ ਹੋਇਆ ਹੈ। ਉੱਥੇ ਉਹਨਾਂ ਨੇ ਬੜੀ ਭਗਤੀ ਕੀਤੀ, ਉੱਥੇ ਲੋਕਾਂ ਨੂੰ ਆਪਣੇ ਨਾਲ ਜੋੜਿਆ, ਧਰਮ ਦੇ ਨਾਲ ਜੋੜਿਆ, ਔਰ ਅੱਜ ਉੱਥੇ ਵੀ ਦੌਲਤਪੁਰ ਦਾ ਨਾਮ ਇਸ ਪਿੰਡ ਦੇ ਨਾਲ ਨਾਂ ਜੁੜ ਕੇ ਚਮਕਦਾ ਹੈ। ਔਰ ਇਸੇ ਹੀ ਪਿੰਡ ਦੇ ਬਹੁਤ ਮਹਾਨ ਯੋਧੇ ਹੋਏ ਨੇ, ਜਿਵੇਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਆਪਣੇ ਬੱਬਰਾਂ ਤੋਂ ਮਾਰਗਦਰਸ਼ਕ ਲੈਂਦਿਆਂ ਹੋਇਆਂ ਸ਼ਹੀਦ ਕੈਪਟਨ ਮਹਿਤਾ ਸਿੰਘ ਜੀ 1956 ਦੇ ਵਿੱਚ ਨਾਗਾਲੈਂਡ ਦੀ ਧਰਤੀ ਦੇ ਵਿੱਚ ਦੁਸ਼ਮਣ ਨਾਲ ਲੋਹਾ ਲੈਂਦੇ ਹੋਇਆਂ ਸ਼ਹੀਦੀ ਜਾਮ ਪੀ ਗਏ, ਔਰ ਉਸ ਸ਼ਹੀਦੀ ਜਾਮ ਦੇ ਨਾਲ ਨਾਲ ਉਹਨਾਂ ਦਾ ਚਚੇਰਾ ਭਰਾ ਕੈਪਟਨ ਨਸੀਬ ਸਿੰਘ ਜਿਨ੍ਹਾਂ ਦਾ ਬੇਟੇ ਆ ਬੈਠੇ ਨੇ, ਉਹਨਾਂ ਨੇ ਵੀ ਉੱਥੇ ਗੋਲੀ ਪੱਟ ਵਿੱਚ ਲੱਗੀ। ਔਰ ਉਸ ਵੇਲੇ ਸਮੇਂ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਆਪਣੇ ਰਜਿੰਦਰਾ ਪ੍ਰਸਾਦ ਜੀ ਨੇ ਉਹਨਾਂ ਨੂੰ ਅਸ਼ੋਕਾ ਚੱਕਰ ਦਿੱਤਾ, ਔਰ ਹਰਕੀਰਤ ਸਿੰਘ ਹੁਣਾਂ ਦੇ ਉਹ ਸਤਿਕਾਰਯੋਗ ਪਿਤਾ ਜੀ ਸਨ ਸਰਦਾਰ ਨਸੀਬ ਸਿੰਘ ਜੀ ਹੁਣੀ। ਔਰ ਉਸ ਤੋਂ ਵੀ ਅੱਗੇ ਜੋ ਇਹ ਪਿੰਡ ਹੈ ਆਪਣੇ ਆਪ ਦੇ ਵਿੱਚ ਬੜੀ ਵਿਲੱਖਣਤਾ ਰੱਖਦਾ ਹੈ। ਅੱਜ ਉਹਨਾਂ ਦੇ ਹੀ ਵਾਰਸ ਹਰ ਸੰਘਰਸ਼ ਦੇ ਵਿੱਚ ਪਹਿਲੀ ਕਤਾਰ ਦਾ ਰੋਲ ਅਦਾ ਕਰਦੇ ਨੇ, ਔਰ ਅੱਜ ਸਥਿਤੀ ਇਹ ਆ ਉਸ ਪਿੰਡ ਦੇ ਵਿੱਚ ਵੱਖਰੀ ਵੱਖਰੀ ਪਾਰਟੀ ਨਾਲ ਜਿਵੇਂ ਹਰ ਪਿੰਡ ਵਿੱਚ ਹੁੰਦਾ ਹੈ ਲੀਡ ਕਰਦੇ ਨੇ ਲੋਕ। ਲੇਕਿਨ ਜਦੋਂ ਕਿਸਾਨ ਸੰਘਰਸ਼ ਚੱਲਿਆ ਤਾਂ ਇਸ ਸੰਘਰਸ਼ ਵਿੱਚ ਸਾਰੇ ਪਿੰਡ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ 26 ਤਰੀਕ ਤੋਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ ਦੇ ਬੰਦ ਕਰਨ ਦੀ ਗੱਲ ਹੋਵੇ, ਰੇਲ ਲਾਈਨਾਂ ਬੰਦ ਕਰਨ ਦੀ ਹੋਵੇ, ਹੋਰ ਸੰਘਰਸ਼ ਹੋਣ, ਇੱਕਜੁੱਟਤਾ ਦਿਖਾ ਕੇ ਆਪਣੇ ਇਸ ਪਿੰਡ ਦੇ ਨਾਂ ਨੂੰ ਰੋਸ਼ਨ ਕੀਤਾ। ਔਰ 26 ਨਵੰਬਰ ਨੂੰ ਜਦੋਂ ਕਾਫਲਾ ਉੱਠਿਆ ਪੰਜਾਬ ਤੋਂ ਇਸ ਸਿੰਘੂ ਬਾਰਡਰ ਵੱਲ ਨੂੰ, ਔਰ ਸ਼ੰਭੂ ਬਾਰਡਰ ਤੇ ਪਹਿਲਾਂ ਰੋਕਾਂ ਹਟਾਈਆਂ, ਆਹ ਟਰਾਲੀਆਂ ਅੱਜ ਵੀ 4 ਖੜੀਆਂ ਨੇ, ਸਕੂਲ ਦੀ ਬੱਸ ਖੜੀ ਹੈ, ਉਦਣ ਵੀ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਆਏ। ਤੇ ਉਸ ਦਿਨ ਤੋਂ ਹੀ ਉਹ ਜਿਹੜਾ ਇਤਿਹਾਸ ਹੈ ਜਿਹੜਾ ਇਹਨਾਂ ਨੂੰ ਪਿਛੋਕੜ ਤੋਂ ਮਿਲਿਆ, ਇਸ ਪਿੰਡ ਦੇ ਵਸਨੀਕ ਸਾਡੇ ਇਸ ਨਗਰ ਦੇ ਦੌਲਤਪੁਰ ਦੇ ਉਸ ਨੂੰ ਦੁਹਰਾ ਰਹੇ ਨੇ। ਔਰ ਇਹ ਵੀ ਇੱਕ ਬੜੀ ਸ਼ਾਨਾਮੱਤੀ ਗੱਲ ਹੈ ਕਿ ਉਸ ਪਿੰਡ ਦੇ ਵਿੱਚ ਬੱਬਰ ਕਰਮ ਸਿੰਘ ਜੀ ਹੁਣਾਂ ਦੀ ਯਾਦਗਾਰ ਬਣੀ, ਸਕੂਲ ਬਣਿਆ, ਔਰ ਉਹ ਸਕੂਲ ਬਣਾਉਣ ਲਈ ਕਮਾਂਡਰ ਬਚਨ ਸਿੰਘ ਥਾਂਦੀ ਜੀ ਹੁਣੀ ਪਹਿਲ ਕਦਮੀ ਕੀਤੀ। ਪਿੰਡ ਦੇ ਲੋਕਾਂ ਨੇ ਸਹਿਯੋਗ ਦਿੱਤਾ, ਇਲਾਕੇ ਨੇ ਸਾਥ ਦਿੱਤਾ, ਤੇ ਉਹਨਾਂ ਦੇ ਸਤਿਕਾਰਯੋਗ ਬੇਟਾ ਛੋਟੇ ਤਰਨਜੀਤ ਸਿੰਘ ਜੀ ਥਾਂਦੀ ਸੀਨੀਅਰ ਵਾਈਸ ਪ੍ਰਧਾਨ ਨੇ ਉਸ ਅਦਾਰੇ ਦੇ, ਚਰਨਜੀਤ ਸਿੰਘ ਜੀ ਘਿੰਨਾ ਬੇਸ਼ੱਕ ਆਪਣੀ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਪਹਿਲੀਆਂ ਕਤਾਰਾਂ ਦੇ ਆਗੂ ਨੇ। ਇਹ ਨੌਜਵਾਨ ਪਰਮਿੰਦਰ ਸਿੰਘ ਜੀ, ਆਹ ਨੌਜਵਾਨ ਸਾਡਾ ਆਪਣਾ ਮਨਜੀਤ ਸਿੰਘ ਹੁਣੀ, ਬਣੀ ਕਿ ਕੁੱਲ ਮਿਲਾ ਕੇ ਹਰ ਵਿਅਕਤੀ ਆਪਣੀ ਜਾਤੀ ਕਿਸੇ ਅਹੁਦੇ ਤੋਂ ਉੱਪਰ ਉੱਠ ਕੇ ਅੱਜ ਸੇਵਾਦਾਰ ਦੇ ਤੌਰ ਤੇ ਉਹਨਾਂ ਕਾਲੇ ਕਾਨੂੰਨਾਂ ਨੂੰ, ਜਿਨ੍ਹਾਂ ਕਾਲੇ ਕਾਨੂੰਨਾਂ ਨੇ ਕੇਵਲ ਕਿਸਾਨੀ ਨੂੰ ਹੀ ਖਤਮ ਕਰਕੇ ਨਹੀਂ ਰੱਖ ਦੇਣਾ, ਬਲਕਿ ਬੇਸ਼ੱਕ ਉਹ ਮਜ਼ਦੂਰ ਵਰਗ ਹੋਵੇ, ਬੇਸ਼ੱਕ ਉਹ ਦੁਕਾਨਦਾਰ ਹੋਵੇ, ਆੜਤੀ ਹੋਵੇ, ਇਹ ਸਾਰੇ ਪ੍ਰੋਗਰਾਮ ਨੂੰ ਨਾ ਕਾਰਪੋਰੇਟ ਘਰਾਣਿਆਂ ਨੇ, ਅਡਾਨੀ ਅਵਾਨੀਆਂ ਨੇ ਕਾਬਜ ਹੋ ਕੇ, ਜਿਨ੍ਹਾਂ ਸਾਡੇ ਬੱਬਰ ਯੋਧਿਆਂ ਨੇ, ਜਿਨ੍ਹਾਂ ਲਹਿਰਾਂ ਨੇ, ਗਦਰ ਲਹਿਰ ਹੋਵੇ, ਬੇਸ਼ੱਕ ਹੋਰ ਲਹਿਰਾਂ ਹੋਣ, ਆਪਣੀਆਂ ਹਜ਼ਾਰਾਂ ਸ਼ਹੀਦੀਆਂ ਦੇ ਕੇ ਉਹਨਾਂ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਹੋ ਕੇ ਦੇਸ਼ ਨੂੰ ਆਜ਼ਾਦ ਕਰਾਇਆ। ਇਹਨਾਂ ਅਡਾਨੀਆਂ ਅਵਾਨੀਆਂ ਦੇ ਥਰੂ ਇਸ ਮੋਦੀ ਸਰਕਾਰ ਨੇ ਫਿਰ ਇਸ ਦੇਸ਼ ਤੇ ਕਾਬਜ ਹੋ ਜਾਣਾ ਹੈ। ਤੇ ਇਸ ਗੱਲ ਨੂੰ ਭਲੀ ਭਾਂਤ ਲੋਕ, ਪਰ ਪਹਿਲਾਂ ਤਾਂ ਪੰਜਾਬ 'ਚੋਂ ਲਹਿਰ ਉੱਠੀ, ਹਰਿਆਣੇ 'ਚੋਂ ਉੱਠੀ, ਅੱਜ ਪੂਰਾ ਭਾਰਤ ਦਾ ਕਿਸਾਨ ਇਸ ਗੱਲ ਨੂੰ ਸਮਝ ਚੁੱਕਿਆ ਹੈ। ਔਰ ਅੱਜ ਬੇਸ਼ੱਕ ਉਹ ਕੈਨੇਡਾ ਦਾ, ਕੱਲ੍ਹ ਹੀ ਟਰੂਡੋ
ਪ੍ਰਧਾਨ ਮੰਤਰੀ ਕੈਨੇਡਾ ਨੇ ਇਸ ਨੂੰ ਆਪਣੇ ਸ਼ਬਦਾਂ ਰਾਹੀਂ ਨਸੀਹਤ ਦਿੱਤੀ ਔਰ ਕਿਤੇ ਨਾ ਕਿਤੇ ਹਰ ਦੇਸ਼ ਵਿੱਚ ਬਹੁਤ ਬੜਾ ਰੋਲ ਅਦਾ ਕਰ ਰਹੇ ਨੇ ਲੋਕ ਕਿ ਤੁਸੀਂ ਇਸ ਪਾਸੇ ਵੱਲ ਨਾ ਜਾਓ। ਈਵਨ ਗਡਕਰੀ ਜੀ ਦਾ ਕੱਲ ਜੋ ਸਟੇਟਮੈਂਟ ਆਈ ਹੈ ਉਹ ਵੀ ਸ਼ਰਮਸਾਰ ਕਰਦੀ ਹੈ ਮੋਦੀ ਸਰਕਾਰ ਨੂੰ ਕਿ ਤੁਸੀਂ ਗੈਰ ਦਲੀਲ, ਗੈਰ ਵਾਜਬ, ਗੈਰ ਕਿਸੇ ਢੰਗ ਨਾਲ ਈਗੋ ਨੂੰ ਛੱਡ ਕੇ ਜੋ ਕਾਲੇ ਕਾਨੂੰਨ ਹਨ ਇਹਨਾਂ ਨੂੰ ਰੱਦ ਕਰੋ। ਔਰ ਇੱਥੇ ਸਭ ਤੋਂ ਵੱਡਾ ਜੇ ਜਦੋਂ ਇਤਿਹਾਸ ਲਿਖਿਆ ਜਾਣਾ ਹੈ ਇਸ ਜਿੱਤ ਦਾ ਔਰ ਸਫਲਤਾ ਮਿਲਣੀ ਹੈ ਉਸ ਵਿੱਚ ਜੋ ਮੀਡੀਆ ਹੈ, ਮੈਂ ਦੇਖਦਾ ਸਿੱਖ ਚੈਨਲ ਵਰਗੇ ਮੀਡੀਆ ਜਾਂ ਹੋਰ ਬਹੁਤ ਸਾਰੇ ਐਸੇ ਮੀਡੀਏ ਜਿਹੜੇ ਨਿਰਪੱਖਤਾ ਦਾ ਸਬੂਤ ਦੇ ਕੇ ਜਿਹੜੇ ਇੱਕ ਪ੍ਰੈਸ ਦੇ ਕਦਰਾਂ ਕੀਮਤਾਂ ਨੂੰ ਮੁੱਖ ਰੱਖ ਕੇ ਆਪਣਾ ਰੋਲ ਨਿਭਾਉਂਦੇ ਨੇ ਉਹਨਾਂ ਦਾ ਸੁਨਹਿਰੀ ਅੱਖਰਾਂ 'ਚ ਇਤਿਹਾਸ ਲਿਖਿਆ ਜਾਣਾ ਹੈ। ਤੇ ਜਿਹੜੇ ਅੱਜ ਮੋਦੀ ਗੋਦੀ ਮੀਡੀਆ ਦੀ ਗੱਲ ਕਰਦੇ ਨੇ ਉਹ ਵੀ ਇਸ ਗੱਲ ਤੋਂ ਸਬਕ ਲੈਣ ਕਿ ਅਸੀਂ ਇੱਕ ਤਰਫਾ ਆਪਣਾ ਰੋਲ ਨਾ ਅਦਾ ਕਰਕੇ ਇੱਕ ਸੱਚ ਤੇ ਹੱਕ ਦੀ ਆਵਾਜ਼ ਬੁਲੰਦ ਕਰੀਏ। ਜੀ ਮੈਂ ਅਕਾਲੀ ਕਰਮ ਸਿੰਘ ਜੀ ਦੇ ਉੱਤੇ ਇੱਕ ਹੋਰ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਉਹਨਾਂ ਦੇ ਨਾਂ ਨਾਲ ਜਦੋਂ ਐਡੀਟਰ ਲੱਗਿਆ ਤਾਂ ਐਡੀਟਰ ਲੱਗਣ ਦਾ ਕਾਰਨ ਇਹ ਸੀ ਜਿਹੜੇ ਉਹ ਪੱਤਰਕਾਰੀ ਕਰਦੇ ਸਨ ਉਦੋਂ ਲੱਗਿਆ? ਹਾਂ, ਉਹ ਜੋ ਪੱਤਰਕਾਰੀ ਕਰਦੇ ਸਨ, ਪੱਤਰਕਾਰੀ ਦੇ ਨਾਲ ਨਾਲ ਉਹਨਾਂ ਨੇ ਇੱਕ ਲਾਮਬੰਦ ਕਰਨ ਲਈ, ਕਿਉਂਕਿ ਪੜ੍ਹੇ ਲਿਖੇ ਸਨ ਆਪ, ਉਹਨਾਂ ਨੇ ਬਬਰ ਅਕਾਲੀ ਪਰਚਾ ਕੱਢਿਆ। ਉਹ ਪਰਚਾ ਕੱਢਣ ਵਾਲੀ ਅੱਜ ਸਟੈਚੂ ਜਿਹੜਾ ਹੈਗਾ ਉਸ ਯਾਦਗਾਰ ਦੇ ਵਿੱਚ ਲੱਗਿਆ ਹੈ ਜਿਸ ਨੂੰ ਉਹ ਲਹਿਰਾਉਂਦੇ ਨੇ ਕਿ ਇਸ ਬਬਰ ਅਕਾਲੀ ਪਰਚੇ ਦੇ ਰਾਹੀਂ ਸਾਡੇ ਇਸ ਜਥੇ ਦੇ ਵਿੱਚ ਕਿਹੜੇ ਕਿਹੜੇ ਬੰਦੇ ਭਰਤੀ ਹੋ ਸਕਦੇ, ਸਾਡੀਆਂ ਬਿਉਂਤਬੰਦੀਆਂ ਕੀ ਨੇ। ਔਰ ਉਸ ਇਸੇ ਕਰਕੇ ਉਹਨਾਂ ਦੇ ਨਾਲ ਉਹ ਜਿਹੜਾ ਹੈਗਾ ਐਡੀਟਰ ਦਾ ਨਾਂ ਜੁੜਿਆ। ਸੰਪਾਦਕ ਹੋਣ ਕਰਕੇ ਉਹਨਾਂ ਦੇ ਨਾਲ ਜਿਹੜਾ ਐਡੀਟਰ ਉਹ ਜੁੜ ਜਾਂਦਾ ਹੈ। ਤਾਂ ਇਹ ਜਿਹੜੀ ਲੜਾਈ ਚੱਲ ਰਹੀ ਹੈ ਜੋ ਖੇਤੀ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਵਾਉਣ ਦੀ ਜਿਹੜੀ ਉਹ ਜੰਗ ਕਿਸਾਨ ਲੜ ਰਹੇ ਨੇ, ਇਹਨਾਂ ਨੂੰ ਦੂਜੀ ਆਜ਼ਾਦੀ ਦੀ ਲੜਾਈ ਵੀ ਦੱਸਿਆ ਜਾਂਦਾ ਹੈ। ਤੁਹਾਡੇ ਬਜ਼ੁਰਗਾਂ ਨੇ ਆਜ਼ਾਦੀ ਦੀ ਲੜਾਈ ਲੜੀ ਹੈ ਤੇ ਤੁਸੀਂ ਹੁਣ ਕਿਹਾ ਜਾ ਰਿਹਾ ਕਿ ਦੂਜੀ ਆਜ਼ਾਦੀ ਲੜਾਈ ਲੜ ਰਹੇ ਹੋ। ਕਿਵੇਂ ਲੱਗਦਾ ਬਜ਼ੁਰਗਾਂ ਦੀ ਪੈੜ ਤੇ ਚੱਲਦੇ ਆ? ਜੋ ਬਜ਼ੁਰਗਾਂ ਦੀ ਪੈੜ ਆ ਸਾਰਾ ਹੀ ਭਾਰਤ ਉਸ ਲੜਾਈ ਤੇ ਅਸੀਂ ਲੜ ਰਹੇ ਹਾਂ ਜੋ ਨਾਲ ਲੜ ਰਹੇ ਹਾਂ। ਤਾਂ ਬਜ਼ੁਰਗਾਂ ਦੀ ਪੈੜ ਤੇ ਚੱਲਦੇ ਆ ਕਿਸਾਨਾਂ ਦਾ ਦੱਸਣਾ ਹੈ ਕਿ ਬੜੀ ਉਹਨੂੰ ਚੰਗਾ ਲੱਗਦਾ ਹੈ ਜਦੋਂ ਬਜ਼ੁਰਗਾਂ ਦੀ ਪੈੜ ਤੇ ਚੱਲਦੇ ਨੇ। ਆਲੇ ਦੁਆਲੇ ਦੇ ਇਲਾਕਿਆਂ ਦਾ ਕਿਵੇਂ ਦਾ ਰੁਝਾਨ ਹੈ ਪਿੰਡ ਦੇ ਪ੍ਰਤੀ ਕਿ ਬੜਾ ਸਤਿਕਾਰ ਕਰਦੇ ਹੋਣਗੇ ਪਿੰਡ ਦਾ ਕਿ ਹਾਂ 57 ਆਜ਼ਾਦੀ ਘੁਲਾਟੀਏ ਨੇ, ਫੌਜ ਦੇ ਵਿੱਚ ਸ਼ਹੀਦ ਨੇ, ਵੱਡੇ ਵੱਡੇ ਮੈਡਲ ਪ੍ਰਾਪਤ ਕੀਤੇ ਹੋਏ ਨੇ ਬੱਬਰ ਅਕਾਲੀ ਲਹਿਰ ਦੇ ਮੋਢੀ ਨੇ। ਮੈਨੂੰ ਨਹੀਂ ਲੱਗਦਾ ਕਿ ਕੋਈ ਅਜਿਹਾ ਪਿੰਡ ਦੇ ਵਿੱਚ ਪਰਿਵਾਰ ਹੋਵੇਗਾ ਜਿਹਦੇ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਆਜ਼ਾਦੀ ਵਾਸਤੇ ਜਾਂ ਦੇਸ਼ ਵਾਸਤੇ ਕਿਸੇ ਨੇ ਕੁਝ ਨਾ ਕੀਤਾ ਹੋਵੇ। ਸਾਡੇ ਪਿੰਡ ਦਾ ਜਿਹੜਾ ਇਤਿਹਾਸ ਹੈ ਉਹ ਜਿੱਥੇ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਹੈ ਉੱਥੇ ਸਾਡੇ ਇਲਾਕੇ ਦੇ ਵਿੱਚ ਸਾਡੇ ਨਗਰ ਨੂੰ ਇਹ ਵੀ ਮਾਣ ਹੈ ਕਿ ਸਾਡੇ ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਇਲਾਕੇ ਦੇ ਵਿੱਚ ਫੌਜ ਦੇ ਵਿੱਚ ਸਾਡੇ ਪਿੰਡ ਦੇ ਨੌਜਵਾਨ ਰਹੇ ਹੈ। ਸਾਡੇ ਜਿਹੜੇ ਪੁਰਾਣੇ ਬਜ਼ੁਰਗ ਹੈ ਉਹ ਵੀ ਫੌਜ ਦੇ ਵਿੱਚ ਰਹੇ ਆ। ਇੱਕ ਟਾਈਮ ਇਹੋ ਜਿਹਾ ਵੀ ਸੀ ਕਿ ਜਦੋਂ ਕਿ ਬੇਸ਼ੱਕ ਉਹ ਲੜਾਈ ਅੰਗਰੇਜ਼ਾਂ ਦੀ ਔਰ ਜਰਮਨ ਦੇ ਵਿਚਾਲੇ ਜਿਹੜੀ ਪਹਿਲਾ ਯੁੱਧ ਹੋਇਆ ਸੀ ਉਸ ਵੇਲੇ ਵੀ ਸਾਡੇ ਪਿੰਡ ਦੇ ਵਿੱਚੋਂ 87 ਜਿਹੜੇ ਵਿਅਕਤੀ ਸੀਗੇ ਉਹ ਫੌਜ ਦੇ ਵਿੱਚ ਭਰਤੀ ਸੀਗੇ, ਜਿਨ੍ਹਾਂ ਦੇ ਵਿੱਚੋਂ 4 ਸ਼ਹੀਦੀਆਂ ਪ੍ਰਾਪਤ ਹੋਈਆਂ। ਉਹਨਾਂ ਸ਼ਹੀਦੀਆਂ ਕਰਕੇ ਸਾਡੇ ਨਗਰ ਨੂੰ ਇਹ ਮਾਣ ਹੈ ਕਿ ਉਸ ਵੇਲੇ ਦੀ ਅੰਗਰੇਜ਼ ਸਰਕਾਰ ਨੇ ਇੱਕ ਪੱਥਰ ਦੇ ਉੱਤੇ ਲਿਖ ਕੇ ਦਿੱਤਾ ਸੀਗਾ ਵੀ ਜਿਹੜੇ ਮੋਮੈਂਟੋ ਸੀ ਪੱਥਰ ਦੇ ਉੱਤੇ, ਅੱਜ ਵੀ ਉਹ ਪੱਥਰ ਸਾਡੇ ਨਗਰ ਦੇ ਵਿੱਚ ਸ਼ੋਭਾ ਵਧਾ ਰਿਹਾ, ਜਿਹਦੇ ਉੱਤੇ ਲਿਖਿਆ ਸੀ ਕਿ ਇਸ ਨਗਰ ਦੇ 87 ਫੌਜੀ ਜਿਹੜੇ ਹੈ ਉਹ ਪਹਿਲੀ ਜੰਗ ਦੇ ਵਿੱਚ ਲੜੇ ਸੀ ਤੇ ਉਹਨਾਂ ਦੇ ਵਿੱਚੋਂ 4 ਜਣਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਦੇ ਨਾਲ ਹੀ ਜਦੋਂ ਦੂਜੀ ਸੰਸਾਰ ਯੁੱਧ ਹੋਈ ਸੀ ਉਸ ਵੇਲੇ ਵੀ 115 ਜਿਹੜੇ ਫੌਜੀ ਸੀ ਉਹਨਾਂ ਨੇ ਵੀ ਦੂਜੀ ਸੰਸਾਰ ਵਿੱਚ ਬੇਸ਼ੱਕ ਉਹ ਅੰਗਰੇਜ਼ਾਂ ਦੀ ਤਰਫੋਂ ਲੜੇ ਪਰ ਉਸ ਵੇਲੇ ਵੀ ਇਹ ਜਿਹੜੀ ਲੜਾਈ ਸੀ ਆਪਣੇ ਦੇਸ਼ ਦੀ ਲੜਾਈ ਸੀ, ਆਪਣੀ ਮਿੱਟੀ ਦੀ ਲੜਾਈ ਸੀ। ਇਹਦੇ ਨਾਲ ਹੀ ਸਾਡੇ ਜਿਹੜੇ ਉਸ ਵੇਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਵੇਲੇ INA ਬਣੇ ਸੀ, ਸਾਡੇ ਨਗਰ ਨੂੰ ਇਹ ਵੀ ਮਾਣ ਹੈ ਵੀ ਜਿਹੜੇ ਉਹਨਾਂ ਦੇ ਕਮਾਂਡਰ ਰਹੇ ਆ ਉਸ ਵੇਲੇ ਕਮਾਂਡਰ ਬਚਨ ਸਿੰਘ ਜੀ ਥਾਂਦੀ, ਉਹ ਵੀ ਉਸ INA ਦੇ ਵਿੱਚ ਪਹਿਲੀਆਂ ਕਤਾਰਾਂ ਦੇ ਵਿੱਚ ਸ਼ਾਮਲ ਸੀ। ਜਿਹਦੇ ਨਾਲ ਨਾਲ ਸਾਡੇ ਨਗਰ ਨੂੰ ਇਹ ਵੀ ਮਾਣ ਹੈ ਇਲਾਕੇ ਦੇ ਵਿੱਚ ਵੀ ਤਕਰੀਬਨ ਕੋਈ ਇਹੋ ਜਿਹੇ ਸਕੂਲ ਹਨ ਜਿੱਥੇ ਸਾਡੇ ਨਗਰ ਦੇ ਵਿੱਚੋਂ ਟੀਚਰ ਰਹੇ ਹਨ। ਸਾਡੇ ਨਗਰ ਨੂੰ ਫੌਜੀਆਂ ਅਤੇ ਅਧਿਆਪਕਾਂ ਦਾ ਨਗਰ ਕਰਕੇ ਜਾਣਿਆ ਜਾਂਦਾ ਸੀ। ਇਸ ਕਰਕੇ ਜਿਹੜੇ ਆਲੇ ਦੁਆਲੇ ਦੇ ਪਿੰਡ ਹੈ ਇਲਾਕੇ ਦੇ ਪਿੰਡ ਹੈ ਉਹਨਾਂ ਦੇ ਵਿੱਚ ਇਹ ਮਾਣ ਸਤਿਕਾਰ ਪਹਿਲਾਂ ਨਾਲੋਂ ਵੀ ਹੋਰ ਵਧਿਆ ਜਦੋਂ ਸ਼ਹੀਦ ਬੱਬਰ ਕਰਮ ਸਿੰਘ ਜੀ ਐਡੀਟਰ ਦੀ ਯਾਦ ਉੱਥੇ ਯਾਦਗਾਰ ਬਣੀ 1992 ਤੋਂ ਬਾਅਦ ਤੇ ਉੱਥੇ ਨਾਲ ਹੀ ਸ਼ਹੀਦ ਬੱਬਰ ਕਰਮ ਸਿੰਘ ਮੈਮੋਰੀਅਲ ਸਕੂਲ ਬਣਿਆ ਜਿਹਦੇ ਵਿੱਚ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ
ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਬੱਚੇ ਪੜ੍ਹਨ ਆਉਂਦੇ ਆ ਜਿਨ੍ਹਾਂ ਨੂੰ ਉਰੇ ਜਿਹੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜੰਗ ਲੜੀ ਬੈਠੇ ਹੋ, ਬੜੀਆਂ ਕੁਰਬਾਨੀਆਂ ਕੀਤੀਆਂ ਦੇਸ਼ ਵਾਸਤੇ, ਤਾਂ ਦੇਸ਼ ਨੇ ਕੀ ਦਿੱਤਾ ਉਹਦੇ ਬਰਾਬਰ ਫਿਰ? ਦੇਸ਼ ਨੇ ਜਿਹੜੀ ਆਜ਼ਾਦੀ ਤੋਂ ਬਾਅਦ ਦੇਸ਼ ਨੇ ਹਮੇਸ਼ਾ ਹੀ ਇਹੋ ਜਿਹੇ ਕਾਨੂੰਨ ਬਣਾਏ ਹੈ ਜੋ ਕਿ ਗਰੀਬਾਂ ਨੂੰ, ਮਿਹਨਤਕਸ਼ ਲੋਕਾਂ ਨੂੰ ਲਤਾੜਨ ਵਾਲੇ ਕਾਨੂੰਨ ਹੀ ਬਣੇ ਆ। ਹਰ ਵਾਰ ਹੀ ਜਦੋਂ ਨਵਾਂ ਕਾਨੂੰਨ ਬਣਦਾ ਉਹ ਇਹ ਕਹਿ ਕੇ ਪ੍ਰਚਾਰਿਆ ਜਾਂਦਾ ਇਹ ਮਿਹਨਤਕਸ਼ ਲੋਕਾਂ ਦੇ, ਇਹ ਕਿਰਤੀ ਲੋਕਾਂ ਦੇ ਹੱਕ ਵਿੱਚ ਹੈ, ਪਰੰਤੂ ਉਹ ਕੋਈ ਵੀ ਜਦੋਂ ਵੀ ਕਿਹੜੇ ਕਾਨੂੰਨ, ਚਾਹੇ ਹੁਣ ਕਿਰਤ ਕਾਨੂੰਨ ਲੈ ਲਓ, ਖੇਤੀ ਕਾਨੂੰਨ ਲੈ ਲਓ, ਇਹ ਆਮ ਲੋਕਾਂ ਦੇ, ਆਪ ਨਾਗਰਿਕਾਂ ਦੇ ਹੱਕ 'ਚ ਨਹੀਂ ਹੁੰਦੇ। ਇਹ ਹਮੇਸ਼ਾ ਹੀ ਸਰਮਾਏਦਾਰਾਂ ਦੇ, ਸਾਮਰਾਜੀਆਂ ਦੇ, ਉਹਨਾਂ ਦੇ ਹੱਕ ਵਿੱਚ ਕਾਨੂੰਨ ਬਣਾਏ ਜਾਂਦੇ ਆ ਜਿਹੜੇ ਕਿ ਲੋਕਾਂ ਦੀ ਲੁੱਟ ਖਸੁੱਟ ਕਰਨ ਤੋਂ ਇਲਾਵਾ ਹੋਰ ਕੋਈ ਵੀ ਕੰਮ ਨਹੀਂ ਕਰਨੇ। ਇਸੇ ਤਰ੍ਹਾਂ ਇਹ ਜਿਹੜੇ ਖੇਤੀ ਕਾਨੂੰਨ ਬਣਾਏ ਆ ਇਹਨਾਂ ਨੇ ਵੀ ਆਮ ਗਰੀਬ ਲੋਕਾਂ ਦੀ, ਗਰੀਬ ਕਿਸਾਨਾਂ ਦੀ, ਗਰੀਬ ਜਿਹੜੀ ਖੇਤੀਬਾੜੀ ਕਰਨ ਵਾਲੇ ਲੋਕ ਹੈ ਜਾਂ ਮਜ਼ਦੂਰ ਤਬਕਾ, ਉਹਨਾਂ ਦੀ ਲੁੱਟ ਖਸੁੱਟ ਤੋਂ ਸਿਵਾਏ ਹੋਰ ਕੋਈ ਵੀ ਇਹਨਾਂ ਕਾਨੂੰਨਾਂ ਨੇ ਕੰਮ ਨਹੀਂ ਕਰਨਾ। ਜੋ ਸਾਡੇ ਨਗਰ ਦੇ ਵਿੱਚੋਂ ਪਹਿਲ ਕਦਮੀ ਹੋਈ ਹੈ, ਜਦੋਂ ਦਾ ਇਹ ਅੰਦੋਲਨ ਚੱਲ ਰਿਹਾ ਹੈ, ਸਤੰਬਰ ਮਹੀਨੇ ਤੋਂ 25 ਸਤੰਬਰ ਤੋਂ ਜੋ ਟੋਲ ਪਲਾਜ਼ਿਆਂ ਦੇ ਘਿਰਾਓ ਕਰਕੇ ਵੱਖ-ਵੱਖ ਜਗ੍ਹਾ ਤੇ ਧਰਨੇ ਲਗਾ ਕੇ ਉਸ ਦਿਨ ਤੋਂ ਹੀ ਸਾਡੇ ਨਗਰ ਦਾ ਇਹ ਜਿਹੜਾ ਨੌਜਵਾਨਾਂ ਦਾ ਕਾਫਲਾ, ਜਿੱਥੇ ਜਿੱਥੇ ਅਸੀਂ ਲੋਕ ਵੀ ਇਹਨਾਂ ਦੇ ਵਿੱਚ ਲਾਮਬੰਦ ਹੁੰਨੇ ਆ, ਸ਼ਾਮਲ ਕਰਦੇ ਆ, ਉਸ ਦਿਨ ਤੋਂ ਹੀ ਜੁੜੇ ਹੋਏ ਆ। ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਵੀ 26 ਔਰ 27 ਨਵੰਬਰ ਨੂੰ ਅਸੀਂ ਇੱਥੇ ਮੋਹਰਲੀਆਂ ਕਤਾਰਾਂ ਦੇ ਵਿੱਚ ਆ ਕੇ ਡਟੇ ਹੋਏ ਆ। ਉਸੇ ਦਿਨ ਤੋਂ ਲੈ ਕੇ ਸਾਡੇ ਨਗਰ ਤੋਂ ਹੁਣ ਤੱਕ 26 ਜਥੇ ਲਗਾਤਾਰ ਆ ਚੁੱਕੇ ਹੈ, ਜਿਹਦੇ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਦੀ ਸ਼ਮੂਲੀਅਤ ਵੀ ਕਰਵਾਈ ਜਾਂਦੀ ਹੈ। ਇਹਦੇ ਨਾਲ ਹੀ 3 ਜਥੇ ਬੀਬੀਆਂ ਦੇ ਵੀ ਸਾਡੇ ਨਗਰ ਤੋਂ ਇਹਦੇ ਵਿੱਚ ਸ਼ਿਰਕਤ ਕਰ ਚੁੱਕੇ ਹੈ। ਤੇ ਆਉਣ ਵਾਲੇ ਸਮੇਂ ਵਿੱਚ ਇਹ ਕਾਨੂੰਨ ਜਿੰਨਾ ਚਿਰ ਮੋਦੀ ਸਰਕਾਰ ਰੱਦ ਨਹੀਂ ਕਰਦੀ, ਉਸ ਨਗਰ ਤੋਂ ਬਦਲਵੇਂ ਜਥੇ ਆਉਂਦੇ ਰਹਿਣਗੇ ਤੇ ਅਸੀਂ ਉਹਨਾਂ ਜਥਿਆਂ ਦੀ ਸ਼ਮੂਲੀਅਤ ਕਰਨ ਲਈ ਲੋਕਾਂ ਨੂੰ ਪਿੰਡ ਦੇ ਵਿੱਚ ਜਾ ਕੇ, ਆਲੇ ਦੁਆਲੇ ਏਰੀਏ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਮਬੱਧ ਵੀ ਕਰਦੇ ਰਵਾਂਗੇ। ਤੇ ਉਮੀਦ ਹੈ ਕਿ ਇਹ ਜਿੰਨੇ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨਾ ਚਿਰ ਇੱਥੇ ਲੰਗਰ ਵੀ ਚੱਲਦਾ ਰਹੂਗਾ, ਨਗਰ ਤੋਂ ਜਥੇ ਵੀ ਆਉਂਦੇ ਰਹਿਣਗੇ। ਇਹ ਕਾਨੂੰਨ ਰੱਦ ਹੋਣ ਤੋਂ ਬਾਅਦ ਅਸੀਂ ਜਿੱਤ ਦੇ ਜਸ਼ਨ ਮਨਾ ਕੇ ਆਪਣੇ ਨਗਰ ਵਿੱਚ, ਆਪਣੇ ਇਲਾਕੇ ਵਿੱਚ ਪਹੁੰਚਾਂਗੇ। ਬਾਈ ਜੀ, ਨੌਜਵਾਨਾਂ ਦਾ ਪੱਖ ਜਾਣਨਾ ਚਾਹੁੰਦੇ ਆ ਕਿ ਪਿੰਡ ਦੇ ਨੌਜਵਾਨ ਕਿਵੇਂ ਸੋਚਦੇ ਨੇ, ਬਜ਼ੁਰਗਾਂ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਰਾਹ ਉੱਤੇ ਚੱਲਦੇ ਨੇ ਜਾਂ ਫਿਰ ਉਹਨਾਂ ਦੀ ਵਿਚਾਰਧਾਰਾ ਕਿਵੇਂ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਜਿਨ੍ਹਾਂ ਬੱਬਰਾਂ ਦੇ, ਜਿਨ੍ਹਾਂ ਪੁਰਾਣੇ ਸਾਡੇ ਬਜ਼ੁਰਗਾਂ ਦੇ ਪਾਏ ਹੋਏ ਪੂਰਨਿਆਂ ਤੇ ਅਸੀਂ ਇਲਾਕੇ ਵਿੱਚ ਗੱਲ ਕਰਦੇ ਸੀ ਜਾਂ ਸਾਨੂੰ ਪੁੱਛਦੇ ਸੀ ਕਿ ਬੱਬਰਾਂ ਦੇ ਪਿੰਡਾਂ ਦੇ ਨੌਜਵਾਨ ਨੇ, ਅੱਜ ਅਸੀਂ ਉਹਨਾਂ ਹਾਲਾਤਾਂ 'ਚੋਂ ਵਿਚਰ ਕੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਆਪਣੇ ਆਪ ਨੂੰ ਬੜਾ ਫਖਰ ਮਹਿਸੂਸ ਕਰਦੇ ਹਾਂ ਕਿ ਕਿਸੇ ਟਾਈਮ ਉਹਨਾਂ ਨੇ ਗੋਰੀਆਂ ਸਰਕਾਰਾਂ ਦੇ ਨਾਲ ਇੱਦਾਂ ਦੇ ਹੀ ਪੁੱਠੇ ਸਿੱਧੇ ਕਾਨੂੰਨਾਂ ਦੇ ਨਾਲ, ਜਿਹੜੇ ਕਿ ਗਰੀਬ ਗੁਰਬੇ ਦੇ ਹੱਕ ਤੋਂ ਖੋਹ ਕੇ ਸਮਰਾਜਵਾਦੀਆਂ ਨੂੰ, ਕਾਰਪੋਰੇਟਾਂ ਨੂੰ ਹੱਕ ਦਿੰਦੇ ਸੀ, ਉਹਨਾਂ ਦੇ ਖਿਲਾਫ ਲੜ ਕੇ ਜਦ ਸਾਨੂੰ ਆਜ਼ਾਦੀ ਦਵਾਈ ਸੀ, ਅਸੀਂ ਉਸੇ ਲੜਾਈ ਦੇ ਦੂਜੇ ਹਿੱਸੇ ਦੇ ਵਿੱਚ ਅੱਜ ਅਸੀਂ ਇਸ ਚੀਜ਼ ਦਾ ਹਿੱਸਾ ਬਣ ਚੁੱਕੇ ਹਾਂ। ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ, ਉਹਨਾਂ ਤੋਂ ਸਿੱਖ ਕੇ ਅਸੀਂ ਅੱਗੇ ਉਹਨਾਂ ਦੇ ਅੱਗੇ ਨਕਸ਼ੇ ਕਦਮਾਂ ਤੇ ਅੱਗੇ ਵਧ ਰਹੇ ਹਾਂ। ਜੀ, ਕਦੇ ਇਹ ਗੱਲ ਦਾ ਪਛਤਾਵਾ ਤਾਂ ਨਹੀਂ ਹੁੰਦਾ ਕਿ ਇੰਨੀਆਂ ਕੁਰਬਾਨੀਆਂ ਕਰਨ ਤੋਂ ਬਾਅਦ ਵੀ ਅੱਜ ਫੇਰ ਸੜਕਾਂ ਉੱਤੇ ਰੁਲਣਾ ਪੈ ਰਿਹਾ ਕਿ ਬਰਾਬਰ ਦੇਸ਼ ਨੇ ਉਹਨਾਂ ਨਹੀਂ ਦਿੱਤਾ ਜਿੰਨਾ ਤੁਸੀਂ ਦੇਸ਼ ਨੂੰ ਦੇ ਦਿੱਤਾ? ਇਹ ਤਾਂ ਇਹ ਮੰਨਿਆ ਜਾ ਸਕਦਾ ਕਿ ਗੌਰਮੈਂਟਾਂ ਜਿੱਦਾਂ ਸਾਡੇ ਭਗਤ ਸਿੰਘ ਹੋਣਾ ਨੇ ਉਸ ਟਾਈਮ ਗੁੰਗੀ ਬੋਲੀ ਸਰਕਾਰ ਨੂੰ ਜਗਾਉਣ ਵਾਸਤੇ ਅਸੈਂਬਲੀ 'ਚ ਬੰਬ ਸੁੱਟਿਆ ਸੀ, ਇਹ ਅੱਜ ਸ਼ਾਇਦ ਉਹ ਸਮਾਂ ਉਹ ਬੰਬ ਵਾਲਾ ਨਹੀਂ ਹੈ, ਪਰ ਇਹ ਸਾਡੀਆਂ ਜਿਹੜੀਆਂ ਸ਼ਹੀਦੀਆਂ ਹੋ ਰਹੀਆਂ ਇਹ ਸ਼ਹੀਦੀਆਂ ਉਹਨਾਂ ਬੰਬਾਂ ਬਰਾਬਰ ਹੀ ਆ, ਤਾਂ ਕਿ ਗੌਰਮੈਂਟ ਉਹਨਾਂ ਬਾਰੇ ਸੋਚੇ ਤੇ ਉਹਨਾਂ ਜਿਹੜੇ ਸਾਡੇ ਸ਼ਹੀਦ ਹੋਏ ਪਰਿਵਾਰਾਂ ਨੂੰ ਉਹਨਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਸਾਨੂੰ ਆਪਣੇ ਜੋ ਸਾਡੇ ਅਸੀਂ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ ਉਹਨਾਂ ਕਾਨੂੰਨਾਂ ਨੂੰ ਵਾਪਸ ਲੈ ਜਾਣ। ਪਰ ਸਾਡਾ ਜੋ ਇਤਿਹਾਸ ਰਿਹਾ ਸਾਡੇ ਪੰਜਾਬੀਆਂ ਨੇ, ਸਾਡੀਆਂ ਕੌਮਾਂ ਦਾ, ਕਿ ਸਾਨੂੰ ਕਦੇ ਵੀ ਕੋਈ ਚੀਜ਼ ਬਿਨਾਂ ਸ਼ਹੀਦੀਆਂ ਤੋਂ ਨਹੀਂ ਮਿਲੀ ਤੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਗਰ ਗੌਰਮੈਂਟ ਇਹਨਾਂ ਸਾਨੂੰ ਕਾਨੂੰਨਾਂ ਦੇ ਬਦਲੇ ਸਾਡੀਆਂ ਸ਼ਹੀਦੀਆਂ ਚਾਹੁੰਦੇ, ਅਸੀਂ ਸ਼ਹੀਦੀਆਂ ਦੇਣ ਤੋਂ ਪਿੱਛੇ ਨਹੀਂ ਹਟਾਂਗੇ। ਚਾਹੇ ਗੌਰਮੈਂਟ ਕਿਸੇ ਹੱਦ ਤੱਕ ਵੀ ਚੱਲ ਜਾਵੇ, ਅਸੀਂ ਆਪਣੇ ਸਬਰ, ਸੰਤੋਖ, ਸਿਦਕ ਦਾ ਪਰਿਚੈ ਦਿੰਦੇ ਹੋਏ ਇੰਝ ਹੀ ਡਟੇ ਰਹਾਂਗੇ। ਜਿਹੜੀ ਫੌਜ ਦੇ ਵਿੱਚ ਪਿੰਡ ਦੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜਾਂਦੇ ਰਹੇ, ਅੱਜ ਉਹੀ ਫੌਜ ਡੰਡੇ ਵਰਸਾ ਰਹੀ ਹੈ, ਉਹੀ ਪੁਲਿਸ ਡੰਡੇ ਵਰਸਾ ਰਹੀ ਹੈ, ਇਹ ਗੱਲ ਦਾ ਵੀ ਦੁੱਖ ਲੱਗਦਾ ਹੋਊਗਾ? ਬਿਲਕੁਲ ਇਸ ਗੱਲ ਦਾ ਦੁੱਖ ਲੱਗ ਰਿਹਾ ਜੀ। ਉਹ ਵੀ ਸਾਡੇ ਭੈਣ ਭਰਾ ਨੇ ਜਿਹੜੇ ਸਾਡੇ ਵਿਰੁੱਧ ਡਿਊਟੀ ਕਰ ਰਹੇ ਨੇ, ਪਰ ਉਹ ਆਪਣੀ ਡਿਊਟੀ ਦੀਆਂ ਕਦਰਾਂ ਕੀਮਤਾਂ 'ਚ ਬੰਨੇ ਹੋਏ ਗੌਰਮੈਂਟ ਦੇ ਅੰਡਰ ਕੰਮ ਕਰਦੇ ਆ। ਉਹਨਾਂ ਨੂੰ ਉਸ ਸਿਸਟਮ ਦੇ ਅੰਦਰ ਰਹਿੰਦੇ ਹੋਏ ਸਿਸਟਮ ਦੀ ਚੇਨ ਬਣ ਕੇ ਉਹ ਕੰਮ ਕਰ ਰਹੇ ਆ, ਪਰ ਉਹਨਾਂ ਦੇ ਵੀ ਹੱਥ ਕਿਤੇ ਨਾ ਕਿਤੇ ਡੰਡੇ ਮਾਰੇ ਜ਼ਰੂਰ ਕੰਬਦੇ ਹੋਊਗੇ ਕਿ ਸਾਡੇ ਵੀ ਭੈਣ ਭਰਾ ਸਾਡੇ ਅੱਗੇ ਖੜ੍ਹ ਕੇ ਆਪਣੇ ਹੱਕਾਂ ਲਈ ਲੜ ਰਹੇ ਆ। ਸੋ ਇਹ ਅਸੀਂ ਗੌਰਮੈਂਟ ਨੂੰ ਹੀ ਕਹਿੰਦੇ ਆ ਕਿ ਕਿਸਾਨ, ਜੋ ਸਾਡੇ ਲਾਲ ਬਹਾਦਰ ਸ਼ਾਸਤਰੀ ਜੀ ਨੇ ਨਾਅਰਾ ਦਿੱਤਾ ਸੀ ਕਿ ਜੈ ਜਵਾਨ ਜੈ ਕਿਸਾਨ, ਇਹ ਗੌਰਮੈਂਟ ਦੀਆਂ ਕੁਰੀਤੀਆਂ ਕਰਕੇ, ਗਲਤ ਨੀਤੀਆਂ ਕਰਕੇ ਅੱਜ ਜਵਾਨ ਤੇ ਕਿਸਾਨਾਂ ਨੂੰ ਆਮੋ ਸਾਹਮਣੇ ਕਰਿਆ। ਸੋ ਅਸੀਂ ਇਹ ਗੌਰਮੈਂਟ ਨੂੰ ਹੀ ਪ੍ਰੇ ਕਰਦੇ ਹਾਂ ਕਿ ਸਾਡੇ ਮੁਲਾਜ਼ਮ ਭਾਈ ਦੂਜੀ, ਸਾਡੇ ਭਰਾ, ਸਾਡੇ ਬੱਚੇ, ਸਾਡੇ ਆਪਣੇ ਭੈਣ ਭਰਾ ਹਨ। ਸੋ ਕਿਰਪਾ ਕਰਕੇ ਗੌਰਮੈਂਟ ਨੂੰ
ਇਹੀ ਸਾਡੀ ਬੇਨਤੀ ਕਿ ਉਹ ਇਸ ਚੱਕਰ ਨੂੰ ਛੱਡ ਕੇ ਸਾਡੇ ਕਾਨੂੰਨਾਂ ਨੂੰ ਵਾਪਸ ਲੈ ਕੇ ਸਾਡਾ ਆਪਸੀ ਭਾਈਚਾਰਕ ਸਾਂਝ ਜਿਹੜੀ ਸਾਡੇ ਦੇਸ਼ ਦੀ ਸੀ ਉਹਨੂੰ ਕਾਇਮ ਬਣੀ ਰਹਿਣ ਦਿੱਤਾ ਜਾਵੇ। ਸਰਕਾਰਾਂ ਦੇ ਵਿੱਚ ਕਦੇ ਫਰਕ ਪਿਆ ਨਜ਼ਰ ਨਹੀਂ ਆਉਂਦਾ? ਜਿਵੇਂ ਆਜ਼ਾਦੀ ਤੋਂ ਪਹਿਲਾਂ ਦੀਆਂ ਸਰਕਾਰਾਂ ਸਾਨੂੰ ਉਵੇਂ ਦੀਆਂ ਹੁਣ ਕਿਤੇ ਨਾ ਕਿਤੇ ਨਜ਼ਰ ਆਉਂਦੀਆਂ ਲੱਗਦੀਆਂ ਨੇ। ਬੱਬਰ ਅਕਾਲੀ ਦੇ ਪਿੰਡ ਦੇ ਨੌਜਵਾਨਾਂ ਦੇ ਵਿੱਚ ਕੋਈ ਫਰਕ ਪਿਆ ਜੋ ਵੀ ਕੁਰਬਾਨੀਆਂ ਦੇਣ ਨੂੰ ਤਿਆਰ ਨੇ? ਨਹੀਂ, ਬਿਲਕੁਲ ਨਹੀਂ। ਸਰਕਾਰਾਂ ਦਾ ਦੇਖੋ ਰੋਲ, ਸਰਕਾਰਾਂ ਜਦੋਂ ਆਉਂਦੀਆਂ ਤੇ ਉਹ ਕਾਰਪੋਰੇਟਾਂ ਦੇ ਹੱਕ 'ਚ ਆਉਂਦੀਆਂ ਨੇ, ਪਰ ਜੋ ਅਸੀਂ ਬੱਬਰਾਂ ਦੇ ਪਿੰਡਾਂ ਦੇ ਨੌਜਵਾਨ ਆ, ਜਿਸ ਜਜ਼ਬੇ ਜੋਸ਼ ਦੇ ਨਾਲ ਉਹਨਾਂ ਬੱਬਰਾਂ ਨੇ ਸ਼ਹੀਦੀਆਂ ਦਿੱਤੀਆਂ, ਦੇਸ਼ ਲਈ ਲੜਾਈਆਂ ਲੜੀਆਂ, ਅਸੀਂ ਉਸੇ ਜੋਸ਼ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਰਬਾਨੀ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ। ਲੋਕਾਂ ਤੋਂ ਸੁਣਦੇ ਹੋ ਕਿ ਬੱਬਰਾਂ ਦੇ ਪਿੰਡ ਦੇ ਨੌਜਵਾਨ ਆ ਕੇ ਕਿਵੇਂ ਦਾ ਲੱਗਦਾ? ਦੇਖੋ, ਸਾਨੂੰ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਕਿਸੇ ਆਮ ਪਬਲਿਕ ਪਲੇਸ ਤੇ ਜਾਂਦੇ ਹਾਂ, ਜੇ ਸਾਨੂੰ ਕਹਿ ਦਿਓ ਕਿ ਫਲਾਣੇ ਪਿੰਡ ਦੇ ਬੱਬਰਾਂ ਦੇ ਪਿੰਡ ਦੌਲਤਪੁਰ ਦੇ ਨੌਜਵਾਨ ਆ, ਤਾਂ ਲੋਕਾਂ ਦਾ ਸਾਡੇ ਪ੍ਰਤੀ ਦੇਖਣ ਦਾ ਨਜ਼ਰੀਆ ਬਦਲ ਜਾਂਦਾ। ਇਸ ਦੇ ਨਾਲ ਨਾਲ ਸਾਡੀਆਂ ਵੀ ਇੱਕ ਆਮ ਨਾਗਰਿਕ ਦੇ ਨਾਲੋਂ ਜ਼ਿੰਮੇਵਾਰੀਆਂ 'ਚ ਦੁੱਗਣਾ ਵਾਧਾ ਹੋ ਜਾਂਦਾ ਕਿ ਅਸੀਂ ਉਹਨਾਂ ਦੇ ਸਰਮਾਏ ਨੂੰ ਲੈ ਕੇ ਨਾਲ ਚੱਲ ਰਹੇ ਹਾਂ, ਤਾਂ ਕਿ ਅਸੀਂ ਕੋਈ ਵੀ ਇਦਾਂ ਦਾ ਸਾਡੇ ਵੱਲੋਂ ਇਦਾਂ ਦਾ ਕੋਈ ਵੀ ਕੰਮ ਨਾ ਹੋਵੇ ਜਿਹੜਾ ਉਹਨਾਂ ਦੇ ਨਾਮ ਨੂੰ ਦਾਗ ਲੱਗ ਜਾਵੇ। ਗਿਣਤੀ ਕਰਨੀ ਮੁਸ਼ਕਲ ਹੋ ਸਕਦੀ ਹੈ ਪਿੰਡ ਦੇ ਵਿੱਚ ਜਿੰਨੇ ਵੀ ਸ਼ਹੀਦ ਨੇ, ਇੱਕ ਵਾਰ ਸੁਣ ਕੇ ਉਹਨਾਂ ਨੂੰ ਯਾਦ ਰੱਖਣਾ ਬੜਾ ਮੁਸ਼ਕਲ ਹੈ। ਕਾਪੀ ਤੇ ਲਿਖਣ ਵਾਲੀ ਗੱਲ ਹੈ ਕਿਉਂਕਿ ਇੰਨੇ ਸ਼ਹੀਦ, ਇੰਨੀਆਂ ਕੁਰਬਾਨੀਆਂ ਇਸ ਪਿੰਡ ਨੇ ਦਿੱਤੀਆਂ ਨੇ। ਤਾਂ ਕੁਰਬਾਨੀਆਂ ਵਾਲੇ ਪਰਿਵਾਰ ਚੋਂ ਇੱਕ ਕਿਸਾਨ ਸਾਡੇ ਨਾਲ ਇੱਥੇ ਮੌਜੂਦ ਨੇ, ਉਹਨਾਂ ਤੋਂ ਵੀ ਪੁੱਛਦੇ ਹਾਂ ਕਿ ਜਿਸ ਫੌਜ ਦੇ ਵਿੱਚ ਤੁਹਾਡੇ ਬਜ਼ੁਰਗਾਂ ਨੇ, ਪਿਤਾ ਜੀ ਨੇ ਕੁਰਬਾਨੀਆਂ ਕੀਤੀਆਂ, ਅੱਜ ਉਹੀ ਫੌਜ ਤੁਹਾਡੇ ਸਾਹਮਣੇ ਖੜੀ ਹੈ, ਤਾਂ ਲੱਗਦਾ ਨਹੀਂ ਕਿਤੇ ਨਾ ਕਿਤੇ ਕਿ ਦੇਸ਼ ਜਾਂ ਜਰਾਤ ਤਾਂ ਨਹੀਂ ਧੋਖਾ ਦੇ ਰਹੀ ਹੈ? ਧੋਖਾ ਦੇ ਰਹੀ ਹੈ। ਮੋਦੀ ਨੂੰ ਇਹ ਕਾਨੂੰਨ ਜਿਹੜੇ ਆ ਇਹ ਰੱਦ ਕਰਨੇ ਚਾਹੀਦੇ ਆ। ਤਿੰਨੇ ਕਾਨੂੰਨ ਜਿਹੜੇ ਆ ਰੱਦ ਕਰਨੇ ਚਾਹੀਦੇ ਆ। ਕਿ ਤੁਸੀਂ ਉਰੇ ਕਾਨੂੰਨਾਂ ਨੂੰ ਰੱਦ ਕਰਾਏ ਬਿਨਾਂ ਨਹੀਂ ਬਣਨਾ? ਨਹੀਂ ਜਾਵਾਂਗੇ ਅਸੀਂ, ਨਹੀਂ ਜਾਵਾਂਗੇ ਜੀ ਅਸੀਂ। ਪਿੰਡ ਦੇ ਹੋਰ ਨੌਜਵਾਨ ਵੀ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਨੌਜਵਾਨਾਂ ਦਾ ਪੱਖ ਜਾਣਨਾ ਬੜਾ ਜ਼ਰੂਰੀ ਹੋ ਜਾਂਦਾ ਕਿ ਨੌਜਵਾਨ ਕੀ ਸੋਚਦੇ ਨੇ। ਬਾਈ ਜੀ, ਪਹਿਲਾਂ ਤਾਂ ਗੱਲਬਾਤ ਕਰਾਂਗੇ, ਕਿਵੇਂ ਦੇਖਦੇ ਹੋ ਇੱਥੇ ਜਿਹੜਾ ਖੇਤੀਬਾੜੀ ਦਾ ਜੋ ਉਰੇ ਵਿਰੋਧ, ਕਾਨੂੰਨਾਂ ਦਾ ਵਿਰੋਧ ਚੱਲ ਰਿਹਾ, ਇਸ ਅੰਦੋਲਨ ਨੂੰ ਕਿਵੇਂ ਦੇਖਦੇ ਹੋ? ਅੰਦੋਲਨ ਨੂੰ ਤਾਂ ਜਿੱਦਾਂ ਆਪਾਂ ਹੁਣ ਦੇਖਿਆ ਜਾਵੇ ਤਾਂ ਜਿੱਦਾਂ ਸਰਕਾਰਾਂ ਦੇ ਵੱਲ ਤਾਂ ਆਸ ਕੋਈ ਰੱਖਦੇ ਨਹੀਂ ਆਪਾਂ ਹੈਗੇ। ਜਦੋਂ ਵੀ ਸਰਕਾਰਾਂ ਜਿਹੜੀਆਂ ਵੀ ਆਈਆਂ ਸਾਡੇ ਤੋਂ ਤਾਂ ਮੰਨ ਲਓ ਜਿੱਦਾਂ ਸਾਡੀ ਗਿਣਤੀ 2% ਦੀ ਗਿਣੀ ਜਾਂਦੀ ਪਹਿਲੀ ਗੱਲ ਤਾਂ ਜੀ, ਸਾਨੂੰ ਅਜੇ ਤੱਕ ਹੱਕ ਪਹਿਲਾਂ ਵੀ ਨਹੀਂ ਮਿਲਿਆ। ਤੁਸੀਂ 2% ਦੀ ਗੱਲ ਕੀਤੀ, ਅੱਜ ਨਹੀਂ ਲੱਗਦਾ ਕਿ ਅੱਜ ਤੁਸੀਂ 90 ਜਾਂ 98% ਹੋ ਗਏ ਹੋ? ਕਿਉਂਕਿ ਹਰਿਆਣਾ ਤੇ ਸਮੁੱਚਾ ਭਾਰਤ ਤੁਹਾਡੇ ਨਾਲ ਖੜਾ ਨਜ਼ਰ ਆਉਂਦਾ। ਇਸੇ ਵਾਧੇ ਕਰਕੇ ਤਾਂ ਹੁਣ ਸਾਨੂੰ ਮਹਿਸੂਸ ਹੋਣ ਲੱਗੇ ਨੇ। ਪਹਿਲਾਂ ਜਦੋਂ ਵੀ ਸਾਡੀ ਗੱਲ ਹੁੰਦੀ ਸੀ 2% ਦੇ ਹਿਸਾਬ ਨਾਲ ਸਾਡੇ ਨਾਲ ਗੱਲ ਕੀਤੀ, ਸਾਨੂੰ ਹੱਕ ਵੀ 2% ਹਿਸਾਬ ਨਾਲ ਹੀ ਗਵਰਨਮੈਂਟ ਦੇਣਾ ਚਾਹੁੰਦੀ, ਜਦੋਂ ਵੀ ਦੇਣਾ ਚਾਹੁੰਦੀ ਹੈ। ਪਰ ਆਹ ਜਦੋਂ ਸਾਡੇ ਨਾਲ ਹਜੂਮ ਜੁੜਿਆ, ਮਤਲਬ ਹਰ ਇੱਕ ਬੰਦਾ ਸਾਡੇ ਨਾਲ ਟੱਚ ਹੋਇਆ, ਕਿਉਂਕਿ ਅਸੀਂ ਪੰਜਾਬ ਤੋਂ ਚੱਲ ਕੇ ਆਏ ਹਾਂ। ਸਾਡੇ ਨੂੰ ਇੱਥੇ ਬਹੁਤ ਵਧੀਆ ਸਹਿਯੋਗ ਹਰਿਆਣੇ ਦਾ, ਯੂਪੀ ਦਾ, ਸਾਰੀਆਂ ਸਟੇਟਾਂ ਦਾ ਮਿਲਿਆ। ਇਹ 'ਚ ਸਾਡਾ ਵੀ ਬਹੁਤ ਸਾਨੂੰ ਮਾਣ ਵਧਿਆ ਵੀ ਸਾਡਾ ਵੀ ਭਰਾ ਸਾਡੇ ਜਿਹੜੇ ਸਾਨੂੰ ਕਾਫੀ ਚਿਰ ਦੇ ਵਿਛੜੇ ਹੋਏ, ਸਾਨੂੰ ਜਿਹਨਾਂ ਵਿਰੁੱਧ ਸਾਨੂੰ ਭੜਕਾਇਆ ਜਾਂਦਾ ਸੀ, ਉਹਨਾਂ ਦਾ ਪਿਆਰ ਮਿਲ ਗਿਆ ਸਾਨੂੰ। ਇੱਥੇ ਪਤਾ ਲੱਗ ਗਿਆ ਵੀ ਹਰਿਆਣਾ ਵੀ ਸਾਡਾ ਆ, ਯੂਪੀ ਵੀ ਸਾਡੀ ਆ, ਸਾਰਾ ਦੇਸ਼ ਸਾਡਾ ਆ। ਕਾਰਨ ਕੀ ਮੰਨਦੇ ਹੋ ਕਿ 2% ਵਾਲੇ ਕੁਰਬਾਨੀਆਂ ਦੇਣ ਨੂੰ ਵੱਧ ਕਿਉਂ ਤਿਆਰ ਰਹਿੰਦੇ ਨੇ? ਗਿਣਤੀ ਵਿੱਚ ਤਾਂ ਘੱਟ ਨੇ। ਇਹ ਪਰਮਾਤਮਾ ਵੱਲੋਂ ਪਹਿਲਾਂ ਜਜ਼ਬਾ ਸਾਡੇ ਵਿੱਚ ਇਦਾਂ ਦਾ ਜੀ, ਕਦੇ ਕਿਸੇ ਵੀ ਮੰਨ ਲਾ ਫੀਡਰ ਕਿਸੇ ਵੀ ਖੇਤਰ ਅਸੀਂ ਪਿੱਛੇ ਨਹੀਂ ਹਟੇ ਹੈਗੇ। ਜਦੋਂ ਵੀ ਕੁਰਬਾਨੀਆਂ ਹੁਣ ਵੀ ਇਸ ਵੇਲੇ ਬਾਰਡਰਾਂ ਦੇ ਆਪਾਂ ਦੇਖੇ ਤਾਂ 99% ਜਿਹੜੇ ਆ ਸਰਦਾਰ ਸਿੱਖ ਆਪਣੇ ਉਹ ਬਾਰਡਰਾਂ ਤੇ ਖੜੇ ਆ। ਹੁਣ ਉਹਨਾਂ ਦੀ ਗਿਣਤੀ ਮਤਲਬ ਉਹਨਾਂ ਨੂੰ ਪੂਰੀ ਲੱਗਦੀ ਹੈ। ਜਦੋਂ ਸਾਡੇ ਹੱਕ ਲੋੜਾਂ ਸਾਨੂੰ ਪੈਂਦਾ ਹੱਕ ਚਾਹੀਦੇ ਹੁੰਦੇ ਆ, ਉਦੋਂ ਸਾਡੀ ਗਿਣਤੀ ਹੈ ਫਿਰ 2% ਦੀ ਗਿਣੀ ਜਾਂਦੀ ਹੈ। ਕਦੇ ਮੰਨ ਲਓ ਕਦੇ ਗਵਰਨਮੈਂਟ ਕਦੇ ਇਹ ਨਹੀਂ ਕਿ ਤੁਹਾਨੂੰ ਜਿਹੜਾ ਪੂਰੇ ਹੱਕ ਜਿਹੜੇ ਸਾਨੂੰ ਹਰ ਤਰ੍ਹਾਂ ਦਿੱਤੇ ਜਾਣਗੇ, ਤੁਸੀਂ ਕਿਸੇ ਦਾ ਕੋਈ ਫਿਕਰ ਨਾ ਕਰੋ। ਸਾਨੂੰ ਕੋਈ ਇਦਾਂ ਦਾ ਅੱਜ ਤੱਕ ਕਦੇ ਮੰਨ ਲਓ ਇਦਾਂ ਹੋਇਆ ਹੀ ਨਹੀਂ ਹੈ ਵੀ ਸਾਨੂੰ ਫਰਕ ਨਾ ਕੀਤਾ ਗਿਆ ਹੋਵੇ। ਕੁਰਬਾਨੀ ਦੇਣ ਨੂੰ ਸਾਨੂੰ ਸਭ ਤੋਂ ਅੱਗੇ ਕੀਤਾ ਜਾਂਦਾ ਹੈ। ਅਤੇ ਜਦੋਂ ਮੰਨ ਲਓ ਹੱਕ ਲੈਣ ਦੀ ਵਾਰੀ ਆਉਂਦੀ, ਜਿਹੜੇ ਸਾਡੇ ਮੰਨ ਲਓ ਬਣਦੇ ਹੱਕ ਹੋਇਆ, ਉਹ ਸਾਨੂੰ ਦੇਣ ਤੋਂ ਵੀ ਗਵਰਨਮੈਂਟ ਪਿੱਛੇ ਹਟ ਰਹੀ ਹੈ। ਦੇਸ਼ ਦੇ ਤਿਰੰਗੇ ਝੰਡੇ ਵਾਸਤੇ ਪਿੰਡ ਸਭ ਤੋਂ ਅੱਗੇ ਆਉਂਦਾ ਰਿਹਾ, ਪਰ ਬੱਬਰਾਂ ਦਾ ਪਿੰਡ 26 ਤਰੀਕ ਨੂੰ ਲੈ ਰਿਹਾ ਹੈਗਾ ਝੰਡੇ ਬਾਰੇ ਕੀ ਸੋਚਦਾ? ਦੇਖੋ ਜੀ, ਇਹ ਜਿਹੜਾ ਤਿਰੰਗੇ ਝੰਡੇ ਬਾਰੇ ਇਹ ਤਾਂ ਇਹਨੇ ਵਾਰ ਸ਼ੁਰੂ ਕੀਤਾ। ਸਾਡਾ ਤਾਂ ਜਿੰਨੇ ਸਾਡੇ ਪਿੰਡ ਤੋਂ ਮੰਨ ਲਓ ਟਰੈਕਟਰ ਵੀ ਆਏ, ਜੋ ਵੀ ਅਸੀਂ ਜਿੰਨੇ ਵੀ ਆਏ ਨਾ, ਸਾਡੇ ਹਰ ਇੱਕ ਬੰਦੇ ਕੋਲ ਤਿਰੰਗਾ ਝੰਡਾ ਸਾਡੇ ਕੋਲ ਸੀ। ਇਸ ਕਰਕੇ ਜੀ ਅਸੀਂ ਦੇਸ਼ ਨੂੰ ਪਿਆਰ ਕਰਦੇ ਹਾਂ। ਉਸ ਤਿਰੰਗੇ ਦੀ ਖਾਤਰ ਸਾਡੇ ਬੱਬਰਾਂ ਨੇ ਵੀ ਸਾਰੀਆਂ ਜਿੰਨੀਆਂ ਕੁਰਬਾਨੀਆਂ ਕੀਤੀਆਂ, ਜੇ ਤਿਰੰਗਾ ਜੀ ਅੱਜ ਲਹਿਰਾਉਂਦਾ ਤਾਂ ਸਾਡੀਆਂ ਬੱਬਰਾਂ ਹੀ ਕੁਰਬਾਨੀਆਂ ਵਾਲੇ ਲਹਿਰਾਉਂਦਾ ਆ। ਉਹਦੇ ਵਿੱਚ ਹੋਰ ਕਿਸੇ ਦੇ ਬਾਕੀ ਆਪਣਾ ਪ੍ਰਯੋਗ ਹਰ ਇੱਕ ਬੰਦੇ ਦਾ ਹੈਗਾ ਆ, ਪਰ ਉਹ ਤਿਰੰਗੇ ਵਿੱਚ ਸਾਡਾ ਵੀ ਬਹੁਤ ਵੱਡਾ ਸਾਡਾ ਯੋਗਦਾਨ ਆ। ਅਸੀਂ ਇਹਨਾਂ ਖਾਤਰ ਕੁਰਬਾਨੀਆਂ ਕੀਤੀਆਂ, ਅੱਜ ਉਹ ਤੁਹਾਨੂੰ ਸੜਕਾਂ ਤੇ ਬਿਠਾਈ ਬੈਠੇ ਨੇ, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਸ਼ਬਦ ਕੀ ਵਰਤੋਗੇ ਉਹਨਾਂ ਵਾਸਤੇ? ਉਹਨਾਂ ਵਾਸਤੇ ਤਾਂ ਸਾਡਾ ਇਹੀ ਸ਼ਬਦ ਹੈ ਵੀ ਜਿੱਦਾਂ ਉਹ ਅਜੇ ਵੀ ਮਤਲਬ ਸਮਝਣ ਤਾਂ ਉਹਨਾਂ ਦੀ ਵਧੀਆ ਗੱਲ ਹੈ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਹੋਰ ਨਹੀਂ ਮੁਸ਼ਕਲਾਂ ਉਹਨਾਂ ਦੀ ਜ਼ਿਆਦਾ ਵੱਧ ਜਾਣੀਆਂ। ਅਸੀਂ ਤਾਂ ਜਿੱਦਾਂ ਪਹਿਲਾਂ ਆਜ਼ਾਦ ਖਿਆਲੀ ਸੀਗੇ, ਉੱਦਾਂ ਹੁਣ ਵੀ ਆਜ਼ਾਦ ਖਿਆਲੀ ਹੈ। ਸਾਡਾ ਕੋਈ ਇਦਾਂ ਦਾ ਕੋਈ ਟੀਚਾ ਨਹੀਂ ਹੈ ਵੀ ਅਸੀਂ ਮਾਹੌਲ ਖਰਾਬ ਕਰੀਏ ਦੇਸ਼ ਦਾ ਆਪਣੇ ਦਾ, ਜਾਂ ਆਪਣੇ ਪੰਜਾਬ ਤੋਂ ਅਸੀਂ ਆ ਕੇ ਇੱਥੇ ਦੂਜਾ ਕਰੀਏ ਕੋਈ ਵੀ ਜੇ। ਅਤੇ ਸਾਡਾ ਇਦਾਂ ਦਾ ਕੋਈ ਮੰਨ ਲਓ ਨਕਸ਼ ਸਾਡਾ ਇਹ ਮੰਨ ਲਓ ਅਸੀਂ ਮੰਨ ਲਓ ਸੋਚ ਕੇ ਨਹੀਂ ਆਏ ਵੀ ਅਸੀਂ ਮਾਹੌਲ ਖਰਾਬ ਕਰਨ ਆਏ ਹਾਂ। ਅਸੀਂ ਤਾਂ ਆਪਣੇ ਹੱਕਾਂ ਵਾਸਤੇ ਆਏ ਹਾਂ। ਉਹ ਤਿਰੰਗੇ ਦੀ ਸਾਡੀ ਦਿਲ 'ਚ ਕਦਰ ਵਾ ਸਦਾ ਹੀ ਰਹੂਗੀ। ਉਹ ਤੁਸੀਂ ਆਪਣੇ ਦਾਦਾ ਜੀ ਬਾਰੇ ਵੀ ਸਾਨੂੰ ਜ਼ਰੂਰ ਦੱਸਿਓ ਕਿ ਉਹਨਾਂ ਦੀ ਕੁਰਬਾਨੀਆਂ ਬਾਰੇ ਤੇ ਉਹਨਾਂ ਦੇ ਨਕਸ਼ਾ ਕਦਮ ਤੇ ਚੱਲ ਰਹੇ ਹੋ। ਜਿੱਦਾਂ ਕਿ ਆ ਸਾਨੂੰ ਦੱਸਿਆ ਸਾਡੇ ਪਿੰਡ ਦੇ ਬਾਬਰ ਕਰਮ ਸਿੰਘ ਹੋਏ ਸਾਡੇ, ਉਹਨਾਂ ਦੇ ਨਾਲ ਹੀ ਮੇਰੇ ਬਾਬਾ ਜੀ ਵੀ ਤਕਰੀਬਨ 7 ਸਾਲ ਨੂੰ ਜੇਲ੍ਹ ਵੀ ਕੱਟੀ ਆ ਜੀ। ਬਰਿਆਮ ਸਿੰਘ ਨਾਂ ਸੀ, ਬਾਬਰ ਬਰਿਆਮ ਸਿੰਘ ਨਾਂ ਸੀ ਉਹਨਾਂ ਦਾ ਜੀ। ਉਹਨਾਂ ਦੇ ਮੰਨ ਲਾ ਜਿੱਦਾਂ ਜਦੋਂ ਪਤਾ ਲੱਗਿਆ ਵੀ ਇੰਨਾ ਕੁਛ ਇੱਥੇ ਹੋ ਰਿਹਾ ਆ, ਉਹ ਅੰਦਰ ਜਜ਼ਬਾ ਸੀ ਨਾ, ਉਹਨੇ ਸਾਨੂੰ ਘਰ ਬੈਠਣ ਨਹੀਂ ਦਿੱਤਾ ਹੈ। ਉਹ ਜਜ਼ਬਾ ਸਾਨੂੰ ਇੱਥੇ ਲੈ ਕੇ ਪਹੁੰਚਿਆ ਆ
ਕਿ ਸਾਡੇ ਬਜ਼ੁਰਗ ਕੁਰਬਾਨੀਆਂ ਕਰਦੇ ਆਏ ਆ ਵੀ ਅਸੀਂ ਕਾਹਤੇ ਪਿੱਛੇ ਹਟ ਜਾਈਏ ਤੇ ਉਹ ਕੁਰਬਾਨੀ ਨੂੰ ਬਜ਼ੁਰਗਾਂ ਦੀ ਪੈੜ ਦੇ ਉੱਤੇ ਚੱਲੋਗੇ ਤੁਸੀਂ ਵੀ? ਹਾਂਜੀ 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 ਤਿਆਰ ਆ ਬਿਲਕੁਲ। ਉਹਨਾਂ ਨੇ ਕਰਕੇ ਇੱਥੇ ਅਸਾਂ ਮੰਨ ਲਓ ਸਾਡਾ ਮਨ ਅੰਦਰੋਂ ਨਹੀਂ ਟਿਕ ਰਿਹਾ ਸੀ ਘਰ ਵੀ ਸਾਡੇ ਬਜ਼ੁਰਗਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਤੇ ਸਾਨੂੰ ਇੰਨਾ ਕੁਝ ਲੈ ਕੇ ਦਿੱਤਾ, ਹੁਣ ਅਸੀਂ ਸਭ ਕੁਝ ਆਪਣੇ ਹੱਥੋਂ ਜਾਂਦਾ ਕਿੱਦਾਂ ਦੇਖ ਲਈਏ ਜੀ। ਜੀ ਬਿਲਕੁਲ। ਤਾਂ ਗੱਲਬਾਤ ਦੀ ਲੜੀ ਪਿੰਡ ਦੇ ਬਜ਼ੁਰਗਾਂ ਦੇ ਨਾਲ ਅੱਗੇ ਤੋਰਾਂਗੇ ਕਿ ਬਜ਼ੁਰਗੋ ਹੌਸਲੇ ਬਾਰੇ ਕਿਵੇਂ ਨੇ ਤੁਹਾਡੇ? ਬੈਠੇ ਰਹੋ, ਇੱਥੇ ਹੀ ਗੱਲ ਕਰਦੇ ਹਾਂ ਆਪਾਂ। ਪਿੰਡ ਵਾਲਿਆਂ ਦੇ ਹੌਸਲੇ ਕਿਵੇਂ ਨੇ? ਕਿਉਂਕਿ ਵੱਡੀਆਂ ਕੁਰਬਾਨੀਆਂ ਨੇ, ਬੜਾ ਇਤਿਹਾਸ ਆ ਤੁਹਾਡੇ ਪਿੰਡ ਦਾ, ਪਰ ਹੁਣ ਤੁਸੀਂ ਇੱਥੇ ਡਟੇ ਹੋਏ ਹੋ। ਸਰਕਾਰ ਨੂੰ ਦੇਖਦੇ ਹੋਏ ਪਿੰਡ ਵਾਲਿਆਂ ਦੇ ਹੌਸਲੇ ਕਿਵੇਂ ਦੇ ਨੇ? ਹੌਸਲੇ ਭਾਈ ਸਾਹਿਬ ਬੜੇ ਬੁਲੰਦ ਨੇ। ਉਹਦੀ ਤਸਵੀਰ ਤੁਸੀਂ ਆਪਣੇ ਆਪ ਦੇਖ ਸਕਦੇ ਹੋ। ਆ ਤੇ 4 ਟਰਾਲੀਆਂ ਸੰਗਤਾਂ ਦੀਆਂ ਖੜੀਆਂ ਨੇ, ਲੰਗਰ ਨਿਰੰਤਰ ਚੱਲ ਰਿਹਾ ਹੈ। ਬਾਬਾ ਕਰਮ ਸਿੰਘ ਮੈਮੋਰੀਅਲ ਯਾਦਗਾਰੀ ਜੋ ਟਰਸਟ ਹੈ ਉਸ ਦੀ ਸਕੂਲ ਆ ਸਾਹਮਣੇ ਬੱਸ ਖੜੀ ਆ, ਸੰਗਤਾਂ ਨੂੰ ਬੀਬੀਆਂ ਦਾ ਜਥਾ ਲੈ ਕੇ ਆਈ ਹੋਈ। ਸੋ ਜਿੱਥੇ ਜਜ਼ਬਾ ਪਿੰਡ ਦੇ ਲੋਕਾਂ ਵਿੱਚ ਹੈ, ਉੱਥੇ ਸਾਡੇ ਜੋ NRI ਵੀਰ ਨੇ ਵਿਦੇਸ਼ਾਂ ਵਿੱਚ ਬੈਠੇ, ਅੱਜ ਉਹ ਵੀ ਇਸ ਮਿੱਟੀ ਦੇ ਨਾਲ, ਪਿੰਡ ਦੇ ਨਾਲ ਪੂਰੇ ਜੀ ਜਾਨ ਨਾਲ ਜੁੜੇ ਹੋਏ ਨੇ। ਤੇ ਸਾਨੂੰ ਉਹ ਆਪਣੀਆਂ ਦਸਾਂ ਨੌਹਾਂ ਦੀਆਂ ਕਿਰਤ ਕਮਾਈਆਂ ਚੋਂ ਪਿੰਡ ਨੂੰ ਪੈਸੇ ਭੇਜ ਕੇ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਸਫਲਾ ਕਰ ਰਹੇ ਨੇ। ਔਰ ਜੋ ਬਾਹਰ ਬੈਠੇ ਜਿੱਥੇ ਬਹੁਤ ਸਾਰੇ ਹੋਰ ਹਰ ਕੰਮ ਦੀ ਡਿਵੈਲਪਮੈਂਟ ਲਈ ਹਿੱਸਾ ਪਾ ਰਹੇ ਨੇ, ਉੱਥੇ ਆਪਣੇ ਜੋ ਸ਼ਹੀਦ ਕੈਪਟਨ ਮਹਿਤਾ ਸਿੰਘ ਹਨ, ਉਹਨਾਂ ਦੇ ਪੋਤਰੇ ਮਹਿਰੂਮ ਨਰਿੰਦਰ ਸਿੰਘ ਹੈਡਮਾਸਟਰ ਦੇ ਪੁੱਤਰ ਕਮਲਜੀਤ ਸਿੰਘ ਮੱਖਣ, ਉਹਨਾਂ ਨੇ ਇੱਕ ਪਿੰਡ ਦੇ ਵਿੱਚ ਸੁਸਾਇਟੀ ਬਣਾਈ ਹੋਈ ਹੈ ਜਿਹੜੀ ਦਾ ਨਾਂ ਹੈ ਸ਼ਹੀਦ ਕੈਪਟਨ ਮਹਿਤਾ ਸਿੰਘ ਯਾਦਗਾਰੀ ਅਸ਼ੋਕਾ ਚੱਕਰ ਸੁਸਾਇਟੀ। ਉਰੋਂ ਜਿੱਤ ਕੇ ਜਾਓਗੇ? ਹਾਂਜੀ ਹਾਂਜੀ, ਉਹ 1,13,000 ਰੁਪਈਆ ਇਸ ਦੇ ਵਿੱਚ ਦੇ ਚੁੱਕੀ ਹੈ ਤੇ ਹੋਰ ਵੀ ਬਹੁਤ ਸਾਰੇ ਕੰਮ ਕਰਦੀ ਹੈ। ਇੱਕ ਲਾਸਟ ਬੇਨਤੀ ਹੈ, ਅਪੀਲ ਹੈ ਮੋਦੀ ਸਰਕਾਰ ਨੂੰ। ਸਾਨੂੰ ਉਹ ਅੱਤਵਾਦੀ ਕਹਿ ਛੱਡਿਆ, ਸਾਨੂੰ ਵੱਖਵਾਦੀ ਕਹਿ ਛੱਡਿਆ, ਸਾਨੂੰ ਨੈਕਸਲਾਈਟ ਕਹਿ ਛੱਡਿਆ, ਸਾਨੂੰ ਤਰ੍ਹਾਂ ਦੇ ਡਰਾਵੇ ਦਿੱਤੇ। ਸਾਨੂੰ ਅੱਜ ਦੇਖੋ ਕਿੱਡੀ ਇੱਕ ਬਹੁਤ ਮਾੜੀ ਗੱਲ ਹੈ, ਪਰਜੀਵੀ ਕਹਿ ਰਹੀ ਹੈ। ਉਹ ਗੱਲਾਂ ਕਹਿਣ ਦੀ ਬਜਾਏ ਆਪਣੀ ਈਗੋ ਨੂੰ ਛੱਡੇ, ਆਪਣੀ ਜੋ ਅੜੀਅਲ ਬਥੀਰਾ ਹੈ ਉਸ ਨੂੰ ਛੱਡੇ, ਇੱਕ ਹੱਕ ਸੱਚ ਦੀ ਅੰਦਰਲੀ ਆਵਾਜ਼ ਸੁਣ ਕੇ ਕਾਲੇ ਕਾਨੂੰਨਾਂ ਨੂੰ ਰੱਦ ਕਰੇ। ਪੈਰੋਕਾਰਾਂ ਨੂੰ ਪਰਜੀਵੀ ਕਿਹਾ ਜਾ ਰਿਹਾ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਗਿਲਾ ਹੈ, ਸਾਨੂੰ ਅਫਸੋਸ ਹੈ, ਅਸੀਂ ਇਸ ਗੱਲ ਨੂੰ ਬਹੁਤ ਵੱਡੀ ਮੰਦਭਾਗੀ ਦੱਸਦੇ ਹਾਂ। ਔਰ ਗੁਰਬਾਣੀ ਦਾ ਫਰਮਾਨ ਹੈ, ਜੱਬੇ ਬਾਣ ਲੱਗੇ ਤੱਬੇ ਰੋਸ ਜਾਗੇ। ਅੱਜ ਰੋਸ ਜਾਗ ਰਿਹਾ ਹੈ ਔਰ ਪੂਰਾ ਜਾਗਰੂਕ ਹੋ ਰਿਹਾ ਹੈ ਪੂਰਾ ਭਾਰਤ। ਔਰ ਪੰਜਾਬ ਦੇ ਵਿੱਚ ਜਗਰਾਉਂ ਦੇ ਵਿੱਚ ਜਿਹੜਾ ਲੱਖਾਂ ਦਾ ਇਕੱਠ ਹੋਇਆ, ਇਸ ਗੱਲ ਦਾ ਪ੍ਰਤੀਕ ਹੈ ਕਿ ਪੰਜਾਬ ਨੇ ਹਮੇਸ਼ਾ ਪਹਿਲੀ ਕਤਾਰ ਵਿੱਚ ਹੋ ਕੇ ਹਰ ਜੋ ਕੋਈ ਵੀ ਹੱਕ ਸੱਚ ਦੀ ਆਵਾਜ਼ ਉਠਾਈ ਹੈ ਤੇ ਇਸ ਅੰਦੋਲਨ ਦੇ ਵਿੱਚ ਵੀ ਅੱਗੇ ਨੂੰ ਵੱਧ ਚੜ ਕੇ ਉਠਾਈ ਗਈ। ਔਰ ਤਿੰਨੇ ਕਾਲੇ ਕਾਨੂੰਨ ਰੱਦ ਕਰਵਾ ਕੇ MSP ਦਾ ਜੋ ਸਾਡਾ ਬਣਦਾ ਹੱਕ ਹੈ ਉਸ ਨੂੰ ਲੈ ਕੇ ਹੀ ਇੱਥੋਂ ਜਾਵੇਗੀ। ਜਿਹੜੇ ਆਗੂਆਂ ਦੀ ਕਾਰਜਕਾਰੀ ਹੈ, ਪਿੰਡ ਵਾਲੇ ਤੋਂ ਸੰਤੁਸ਼ਟ ਨੇ ਕਿ ਵਧੀਆ ਅਗਵਾਈ ਕਰ ਰਹੇ ਨੇ? ਬਿਲਕੁਲ ਬਹੁਤ ਵਧੀਆ ਅਗਵਾਈ ਕਰ ਰਹੇ ਆ। ਇਹਨਾਂ ਦੀ ਅਗਵਾਈ ਦੇ ਵਿੱਚ ਹੀ ਸਾਨੂੰ ਮੋਰਚਾ ਜਿੱਤਣਾ ਚਾਹੀਦਾ। ਕੀ ਲੱਗਦਾ ਜਿੱਤੋਗੇ ਮੋਰਚੇ ਨੂੰ? 200% ਜਿੱਤਾਂਗੇ, 100 ਵੀ ਨਹੀਂ 200% ਜਿੱਤਾਂਗੇ, ਜਿੱਤ ਕੇ ਮੁੜੋਗੇ? ਜਿੱਤ ਕੇ ਮੁੜਾਂਗੇ। ਪਰ ਸਰਕਾਰ ਦਾ ਰਵੱਈਆ ਉਹ ਸਪਸ਼ਟ ਹੈ, ਉਸੇ ਢੰਗ ਦੇ ਨਾਲ ਸਰਕਾਰ ਸਖਤ ਰਵੱਈਆ ਅਪਣਾਈ ਬੈਠੀ ਹੈ ਕਿ ਜਿਵੇਂ ਉਹਨਾਂ ਨੇ ਪਰਜੀਵੀ ਤੱਕ ਕਹਿ ਦਿੱਤਾ ਹੈ, ਉਹ ਤਾਂ ਅੰਦੋਲਨ ਨੂੰ ਹੀ ਨਹੀਂ ਸਹੀ ਮੰਨਦੇ। ਅਸੀਂ ਸਬਰ ਦੇ ਨਾਲ ਜ਼ਬਰ ਦਾ ਮੁਕਾਬਲਾ ਕਰਾਂਗੇ ਤੇ ਬਜ਼ੁਰਗਾਂ ਦੀ ਚੱਲੇ ਜੋ ਪੈੜਾਂ ਨੇ ਉਹਨਾਂ ਚੱਲੋਗੇ? ਜੋ ਬਜ਼ੁਰਗਾਂ ਨੇ ਸਾਨੂੰ ਰਾਸਤੇ ਦਿਖਾਏ ਆ ਉਹਨਾਂ ਤੇ ਅਸੀਂ ਚੱਲਾਂਗੇ। ਤੇ ਬੱਬਰਾਂ ਦਾ ਪਿੰਡ ਹੈ ਜਿਹੜਾ, ਉਹ ਬਾਕੀ ਪੰਜਾਬ ਵਾਲਿਆਂ ਨੂੰ ਜਾਂ ਹਰਿਆਣੇ ਵਾਲੇ ਹੋਰ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ? ਬੱਬਰਾਂ ਦਾ ਪਿੰਡ ਇਹ ਕਹਿ ਰਿਹਾ ਵੀ ਜੋ ਬਜ਼ੁਰਗਾਂ ਨੇ ਸਾਨੂੰ ਰਾਸਤੇ ਦਿਖਾਏ ਆ ਉਹਨਾਂ ਤੇ ਆਪਾਂ ਨੂੰ ਜੀ ਜਾਨ ਲਾ ਕੇ ਚੱਲਣਾ ਚਾਹੀਦਾ। ਔਰ ਇਹ ਕਾਲੇ ਬਿੱਲ ਵਾਪਸ ਕਰਾਉਣ ਲਈ ਵੱਧ ਤੋਂ ਵੱਧ ਸੰਗਤ ਆਉਣੀ ਚਾਹੀਦੀ। ਬਹੁਤ ਬਹੁਤ ਧੰਨਵਾਦ। ਤਾਂ ਗੱਲਬਾਤ ਕੀਤੀ ਹੈ ਦੌਲਤਪੁਰ ਦੇ ਨਿਵਾਸੀਆਂ ਦੇ ਨਾਲ। ਬੱਬਰਾਂ ਦਾ ਪਿੰਡ ਆਖਿਆ ਜਾਂਦਾ ਹੈ, ਮੈਨੂੰ ਲੱਗਦਾ ਕਿ ਦੌਲਤਪੁਰ ਘੱਟ ਆਖਿਆ ਜਾਂਦਾ ਹੋਊਗਾ, ਕਿ ਬੱਬਰਾਂ ਦਾ ਪਿੰਡ ਜ਼ਿਆਦਾ ਆਖਿਆ ਜਾਂਦਾ ਹੋਊਗਾ, ਕਿਉਂਕਿ ਬੱਬਰ ਅਕਾਲੀ ਲਹਿਰ ਦੇ ਜਿਹੜੇ ਮੋਢੀ ਨੇ ਉਹ ਇਹਨਾਂ ਦੇ ਪਿੰਡ ਦੇ ਨੇ, ਬਾਬਾ ਕਰਮ ਸਿੰਘ ਜੀ ਐਡੀਟਰ ਜੀ। ਤਾਂ ਵੱਡਾ ਇਤਿਹਾਸ ਹੈ ਆਜ਼ਾਦੀ ਤੋਂ ਪਹਿਲਾਂ ਦਾ ਵੀ, ਆਜ਼ਾਦੀ ਤੋਂ ਬਾਅਦ ਦਾ ਵੀ, ਤੇ ਅੱਜ ਵੀ ਇੱਥੇ ਬੈਠੇ ਇਤਿਹਾਸ ਲਿਖ ਰਹੇ ਨੇ। ਆਉਣ ਵਾਲੀ ਪੀੜ੍ਹੀ ਨੂੰ, ਜਿਹੜੀ ਹੁਣ ਵਾਲੀ ਪੀੜ੍ਹੀ ਹੈ, ਉਹ ਨਵੀਆਂ ਪਿਰਤਾਂ ਪਾ ਕੇ ਚਲੀ ਜਾਂਦੀ ਹੈ। ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਨੂੰ ਪਿਰਤਾਂ ਪਾਈਆਂ, ਇਹ ਅਗਲੀ ਪੀੜ੍ਹੀ ਨੂੰ ਪਿਰਤਾਂ ਪਾ ਰਹੇ ਨੇ ਕਿ ਭਾਈ ਜੋ ਪਿੰਡ ਦਾ ਇਤਿਹਾਸ ਹੈ ਉਹ ਕੁਰਬਾਨੀਆਂ ਵਾਲਾ ਹੈ ਤੇ ਸ਼ਹਾਦਤਾਂ ਵਾਲਾ ਅਤੇ ਜੂਝਣ ਵਾਲਿਆਂ ਦਾ ਪਿੰਡ ਹੈ। ਤੇ ਨਵੀਂ ਜਿਹੜੀ ਪੀੜ੍ਹੀ ਆਊਗੀ ਉਹ ਵੀ ਇਹਨਾਂ ਤੋਂ ਕਿਤੇ ਨਾ ਕਿਤੇ ਸਿੱਖੂਗੀ ਕਿ ਸਾਡੇ ਵੱਡਿਆਂ ਬਜ਼ੁਰਗਾਂ ਨੇ ਪਹਿਲਾਂ ਦੇਸ਼ ਦੀ ਆਜ਼ਾਦੀ ਲੜਾਈ ਲੜੀ, ਫਿਰ ਦੇਸ਼ ਦੀ ਦੂਜੀ ਆਜ਼ਾਦੀ ਲੜਾਈ ਸਾਡੇ ਹੋਰ ਬਜ਼ੁਰਗਾਂ ਨੇ ਲੜੀ, ਤੇ ਅਗਲੀਆਂ ਅੱਗੇ ਦੇਸ਼ ਉੱਤੇ ਕੋਈ ਭੀੜਾਂ ਪੈਂਦੀਆਂ ਨੇ ਤਾਂ ਇਹਨਾਂ ਦੀ ਆਉਣ ਵਾਲੀ ਪੀੜ੍ਹੀ ਵੀ ਇਹਨਾਂ ਤੋਂ ਸਿੱਖਿਆ ਲੈ ਕੇ ਇਹਨਾਂ ਦੀਆਂ ਪੈੜਾਂ ਉੱਤੇ ਤੁਰਦੀ ਨਜ਼ਰ ਆ ਸਕਦੀ ਹੈ। ਤੁਸੀਂ ਸਿੱਖ ਚੈਨਲ ਦੇ ਨਾਲ ਬਣੇ ਰਹੋ। ਕੈਮਰਾਮੈਨ ਨਿਰਮਲ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ, ਸਿੰਘੂ ਬਾਰਡਰ, ਦਿੱਲੀ।